ਸਟਾਰਟ। ਉਸ ਸਮੇਂ ਮਾਪਿਆਂ ਦਾ ਕੁਝ ਨਹੀਂ ਬਚਦਾ ਜਦ ਬੱਚੇ ਮਾਪਿਆਂ ਦੇ ਮੂੰਹ 'ਤੇ ਇਹ ਸ਼ਬਦ ਬੋਲਦੇ ਹਨ ਕਿ ਤੁਸੀਂ ਸਾਡੇ ਲਈ ਕੀ ਕੀਤਾ। ਇਹ ਪ੍ਰਸ਼ਨ ਚਿੰਨ੍ਹ ਉਸ ਸਮੇਂ ਮਾਪਿਆਂ ਨੂੰ ਕਿਸੇ ਪਾਸੇ ਢੋਈ ਨਹੀਂ ਮਿਲਦੀ ਡੰਡੀ। ਅੱਜ ਸੰਤੇ ਦੇ ਘਰ ਇਹੀ ਘਟਨਾ ਵਾਪਰੀ ਡੰਡੀ। ਉਸ ਨੇ ਤੇ ਉਸ ਦੀ ਘਰ ਵਾਲੀ ਨੇ ਬਹੁਤ ਮਿਹਨਤ ਕਰਕੇ ਆਪਣੇ ਤਿੰਨੇ ਪੁੱਤਾਂ ਵਾਸਤੇ ਬਹੁਤ ਕੁਝ ਬਣਾ ਦਿੱਤਾ ਡੰਡੀ। ਉਹਨਾਂ ਦੋਵਾਂ ਦੇ ਗਿੱਟੇ ਵਿੰਗੇ ਹੋ ਗਏ। ਇੱਕ ਕੱਚੇ ਘਰ ਨੂੰ ਪੱਕਾ ਕਰਨ ਵਿੱਚ, ਪਰ ਅੱਜ ਉਹਨਾਂ ਦੋਵਾਂ ਜੀਆਂ ਨਾਲ ਬਹੁਤ ਧੱਕਾ ਹੋਇਆ ਜਦ ਉਹਨਾਂ ਦੇ ਤਿੰਨਾਂ ਪੁੱਤਾਂ ਵਿੱਚੋਂ ਇੱਕ ਨੇ ਆਪਣੇ ਪਿਓ ਨੂੰ ਧੱਕਾ ਮਾਰਦੇ ਹੋਏ ਕਿਹਾ, ਬੁੱਢਿਆ ਤੂੰ ਸਾਡੇ ਲਈ ਕੀ ਕੀਤਾ। ਇਹ ਇਹਨਾਂ ਕੋ ਤਾਂ ਮਾੜੇ ਤੋਂ ਮਾੜਾ ਵੀ ਕਰਦਾ। ਇਹ ਤਾਂ ਉਸ ਦਾ ਦੂਜਾ ਪੁੱਤ ਉਸ ਨੂੰ ਧੱਕਾ ਮਾਰਨ ਲੱਗਾ ਤਾਂ ਉਸੇ ਸਮੇਂ ਸੰਤੇ ਦੇ ਘਰ ਵਾਲੇ ਨੇ ਅੱਗਾ ਰੋਕਦੀ ਹੋਈ ਨੇ ਕਿਹਾ, ਸ਼ਾਬਾਸ਼ ਪੁੱਤੋ, ਇਹ ਸਿਲਾ ਦਿੱਤਾ ਏ ਸਾਡੀ ਪਰਵਰਿਸ਼ ਦਾ ਡੰਡੀ। ਉਸ ਨੇ ਰੋਂਦੀ ਹੋਈ ਨੇ ਕਿਹਾ, ਪੁੱਤੋ ਅਸੀਂ ਦੋਹਾਂ ਨੇ ਕਦੇ ਸੋਹਣਾ ਕੱਪੜਾ ਨਹੀਂ ਪਾ ਕੇ ਵੇਖਿਆ। ਲੋਕਾਂ ਦੇ ਮੰਗਵੇਂ ਕੱਪੜੇ ਪਾ ਕੇ ਗੁਜ਼ਾਰੇ ਕਰਦੇ ਰਹੇ, ਕਦੇ ਰੱਜ ਕੇ ਰੋਟੀ ਨਹੀਂ ਖਾਧੀ ਤੇ ਕਿਤੇ ਸਾਡੇ ਬੱਚੇ ਭੁੱਖੇ ਨਾ ਰਹਿ ਜਾਣ ਡੰਡੀ। ਪੁੱਤ ਅਸੀਂ ਬਹੁਤ ਔਖੇ ਹੋ ਕੇ ਪਾਲਿਆ ਏ ਤੁਹਾਨੂੰ, ਪਰ ਅੱਜ ਤੁਸੀਂ ਸਾਨੂੰ ਧੱਕੇ ਮਾਰ ਰਹੇ ਹੋ ਡੰਡੀ ਭਰਾ। ਤੁਸੀਂ ਸਾਡੀ ਕੀਤੀ ਮਿਹਨਤ ਦਾ ਅੱਜ ਆ ਮੁੱਲ ਮੋੜਿਆ। ਤੁਹਾਡਾ ਆ ਪਿਓ ਸੁਪਨੇ ਸਜਾਉਂਦਾ ਰਹਿ ਗਿਆ, ਜਿਹੜਾ ਹਰ ਵਕਤ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਭਾਗਵਾਨੇ ਅੱਜ ਆਪਾਂ ਆਪਣੇ ਪੁੱਤਾਂ ਵਾਸਤੇ ਕਿੰਨੀ ਮਿਹਨਤ ਕਰ ਰਹੇ ਹਾਂ। ਬੁਢਾਪੇ ਵਿੱਚ ਆਪਣੇ ਪੁੱਤ ਤਾਂ ਆਪਣੀ ਬਹੁਤ ਸੇਵਾ ਕਰਨਗੇ ਡੰਡੀ, ਪਰ ਤੁਸੀਂ ਅੱਜ ਆਪਣੇ ਪਿਓ ਨੂੰ ਧੱਕੇ ਮਾਰ ਕੇ ਬਹੁਤ ਗਲਤ ਕੰਮ ਕੀਤਾ। ਇਹ ਤੁਸੀਂ ਅੱਜ ਸਾਨੂੰ ਧੱਕਾ ਨਹੀਂ ਮਾਰਿਆ, ਸਗੋਂ ਆਪਣੀ ਕਿਸਮਤ ਨੂੰ ਮਾਰਿਆ ਹੈ ਡੰਡੀ। ਪਰ ਫਿਰ ਵੀ ਉਸਦਾ ਪੁੱਤ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਨੂੰ ਧੱਕੇ ਮਾਰ ਰਿਹਾ ਸੀ ਕਿ ਨਿਕਲ ਜਾਵੋ ਸਾਡੇ ਘਰੋਂ ਡੰਡੀ, ਇਹ ਸਾਡਾ ਏ, ਤੁਸੀਂ ਇਸ ਥਾਂ ਦੇ ਕੀ ਲੱਗਦੇ ਹੋ ਡੰਡੀ। ਸੰਤਾ ਹੁਣ ਬੇਵੱਸ ਸੀ ਡੰਡੀ। ਉਸਨੇ ਆਪਣੀ ਘਰ ਵਾਲੀ ਨੂੰ ਕਿਹਾ, ਸ਼ਿੰਦੋ ਹੁਣ ਆਪਣਾ ਇੱਥੇ ਕੁਝ ਵੀ ਨਹੀਂ ਏ ਡੰਡੀ। ਉਸ ਦੀ ਘਰ ਵਾਲੀ ਨੇ ਆਪਣੇ ਸੰਦੂਕ ਵਿੱਚੋਂ ਆਪਣੇ ਤੇ ਸੰਤੇ ਦੇ ਕੱਪੜੇ ਕੱਢ ਕੇ ਇੱਕ ਝੋਲੇ ਵਿੱਚ ਪਾ ਲਏ ਤੇ ਉਹ ਦੋਵੇਂ ਜਣੇ ਆਪਣੇ ਘਰ ਦੀ ਦਹਲੀਜ਼ ਤੋਂ ਬਾਹਰ ਹੋ ਗਏ ਡੰਡੀ। ਬਾਹਰ ਖੜੇ ਲੋਕਾਂ ਨੇ ਕਿਹਾ, ਸੰਤਿਆ ਤੂੰ ਘਰ ਛੱਡ ਕੇ ਨਾ ਜਾ, ਇਹ ਤੇਰਾ ਘਰ ਏ। ਪਰ ਸੰਤੋ ਨੇ ਰੋਂਦਿਆਂ ਕਿਹਾ, ਹੁਣ ਸਾਡਾ ਬੁੱਢਿਆਂ ਦਾ ਕੋਈ ਘਰ ਨਹੀਂ ਡੰਡੀ। ਲੋਕ ਉਸ ਨੂੰ ਪਾਗਲ ਪਾਗਲ ਕਹਿੰਦੇ ਕਿਉਂਕਿ ਉਹ ਸੱਚੀਆਂ ਗੱਲਾਂ ਕਰਦਾ ਸੀ ਡੰਡੀ। ਜਿੱਥੇ ਵੀ ਕਿਤੇ ਕੋਈ ਜਣਾ ਉਸ ਮੂਹਰੇ ਝੂਠ ਬੋਲਣ ਦੀ ਕੋਸ਼ਿਸ਼ ਕਰਦਾ, ਉਹ ਝੱਟ ਮੂੰਹ 'ਤੇ ਹੀ ਉਸ ਨੂੰ ਝੂਠਾ ਕਰਾਰ ਦੇਣ ਦੀ ਜੁਰਤ ਕਰ ਜਾਂਦਾ ਡੰਡੀ। ਪਿੰਡ ਵਾਲੇ ਉਸ ਦੇ ਸੱਚੇ ਤੇ ਸੁੱਚੇ ਹੋਣ ਕਰਕੇ ਹੀ ਉਸ ਦਾ ਵਿਰੋਧ ਕਰਨ ਲੱਗੇ ਸਨ ਤੇ ਪਿੱਠ ਪਿੱਛੇ ਹੀ ਨਹੀਂ
ਬਲਕਿ ਉਸ ਦੇ ਮੂੰਹ 'ਤੇ ਵੀ ਕਹਿ ਛੱਡਦੇ, ਫਕੀਰਿਆ ਤੂੰ ਤਾਂ ਸੱਚੀ ਪਾਗਲ ਹੋ ਗਿਆ ਲੱਗਦਾ ਡੰਡੀ। ਜਦੋਂ ਫਕੀਰੀਏ ਦੇ ਸੱਚ ਬੋਲਣ ਦਾ ਪਾਗਲਪਨ ਵੱਧਦਾ ਗਿਆ ਤਾਂ ਪਿੰਡ ਦੇ ਕੁਝ ਸਿਆਣਿਆਂ ਨੇ ਉਸ ਨੂੰ ਪਿੰਡ ਨਿਕਾਲਾ ਦੇਣ ਦਾ ਫੈਸਲਾ ਕਰ ਲਿਆ ਡੰਡੀ। ਪਰੰਤੂ ਇਸ ਫੈਸਲੇ ਵਿਰੁੱਧ ਫਕੀਰੀਏ ਨੇ ਪਿੰਡ ਦੀ ਪੰਚਾਇਤ ਕੋਲ ਜਾ ਫਰਿਆਦ ਕੀਤੀ। ਪੰਚਾਇਤੇ ਪਿੰਡ ਦੇ ਲੋਕ ਮੈਨੂੰ ਪਾਗਲ ਪਾਗਲ ਕਹਿੰਦੇ ਨੇ, ਪਰ ਮੈਂ ਪਾਗਲ ਨਹੀਂ ਹਾਂ ਡੰਡੀ। ਇਸ ਗੱਲ ਦਾ ਤੇਰੇ ਕੋਲ ਕੀ ਸਬੂਤ ਹੈ ਕਿ ਤੂੰ ਪਾਗਲ ਨਹੀਂ? ਪ੍ਰਸ਼ਨ ਚਿੰਨ੍ਹ ਸਮੂਹ ਮੈਂਬਰਾਂ ਨੇ ਪ੍ਰਸ਼ਨ ਕੀਤਾ ਡੰਡੀ। ਫਕੀਰੀਏ ਨੇ ਤੁਰੰਤ ਸਹਿਜਤਾ ਨਾਲ ਜਵਾਬ ਦਿੱਤਾ ਕਿ ਇਹ ਕਾਫੀ ਨਹੀਂ ਕਿ ਮੈਂ ਹਮੇਸ਼ਾ ਸੱਚਾਈ ਦੀ ਰਾਹ 'ਤੇ ਚੱਲਦਾ ਹਾਂ ਡੰਡੀ। ਪਰੰਤੂ ਪੜ੍ਹੇ ਲਿਖੇ ਗਰੀਬ ਫਕੀਰੀਏ ਦੀ ਦਲੀਲ ਨਾਲ ਪੰਚਾਇਤ ਮੈਂਬਰਾਂ ਨੇ ਅਸਹਿਮਤੀ ਪ੍ਰਗਟ ਕੀਤੀ। ਦੇਖ ਫਕੀਰੀਏ, ਚਲੋ ਮੰਨ ਲੈਂਦੇ ਹਾਂ ਕਿ ਤੂੰ ਸੱਚਾ ਬੰਦਾ ਏ, ਪਰ ਤੂੰ ਜਾਣਦਾ ਨਹੀਂ ਕਿ ਲੋਕਤੰਤਰ ਵਿੱਚ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਡੰਡੀ। ਤੂੰ ਲੋਕ ਰਾਜ ਦੇ ਮਾਇਨੇ ਤਾਂ ਸਮਝਦਾ ਹੀ ਹੋਵੇਂਗਾ? ਪ੍ਰਸ਼ਨ ਚਿੰਨ੍ਹ ਡੰਡੀ। ਇਸ ਤੋਂ ਪਹਿਲਾਂ ਕਿ ਫਕੀਰੀਆ ਆਪਣੇ ਹੱਕ ਵਿੱਚ ਕੋਈ ਹੋਰ ਦਲੀਲ ਦਿੰਦਾ, ਪੰਚਾਇਤ ਮੈਂਬਰਾਂ ਨੇ ਇੱਕ ਦੂਸਰੇ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਆਪਣਾ ਫੈਸਲਾ ਸੁਣਾ ਦਿੱਤਾ। ਜੇਕਰ ਤੂੰ ਇਸ ਪਿੰਡ ਵਿੱਚ ਰਹਿਣਾ ਏ ਤਾਂ ਤੈਨੂੰ ਸੱਚਾਈ ਦਾ ਨਹੀਂ, ਲੋਕਾਂ ਦਾ ਸਾਥ ਦੇਣਾ ਹੋਵੇਗਾ ਡੰਡੀ। ਨਹੀਂ, ਮੈਨੂੰ ਇਹ ਮਨਜ਼ੂਰ ਨਹੀਂ ਡੰਡੀ। ਫਕੀਰੀਏ ਨੇ ਕਹਿਣਾ ਚਾਹਿਆ, ਪਰ ਉਸ ਦੀ ਆਵਾਜ਼ ਹੀ ਉਸ ਦਾ ਸਾਥ ਛੱਡ ਗਈ ਜਾਪਦੀ ਸੀ ਡੰਡੀ ਭਰਾ। ਕਾਰ ਦਾ ਐਕਸੀਡੈਂਟ ਹੋਣ 'ਤੇ ਦੋਸਤ ਦੇ ਗੈਰੇਜ ਵਿੱਚ ਫੋਨ ਕਰ ਦਿੱਤਾ, ਯਾਰ ਮੇਰਾ ਐਕਸੀਡੈਂਟ ਹੋ ਗਿਆ ਹੈ ਡੰਡੀ। ਕਾਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਹੈ ਡੰਡੀ। ਕਾਰ ਨੂੰ ਲੋਡ ਕਰਵਾ ਕੇ ਲੈ ਜਾਵੀਂ ਡੰਡੀ। ਦੂਸਰੇ ਪਾਸੇ ਦੋਸਤ ਨੇ ਪੁੱਛਿਆ, ਤੂੰ ਠੀਕ ਹੈ? ਕੋਈ ਗੱਲ ਨਹੀਂ, ਕਾਰ ਮੈਂ ਲੈ ਜਾਵਾਂਗਾ ਡੰਡੀ। 2-3 ਦਿਨ ਬਾਅਦ ਜਦੋਂ ਮੈਨੂੰ ਥੋੜ੍ਹਾ ਠੀਕ ਲੱਗਾ ਤਾਂ ਗੈਰੇਜ ਜਾ ਕੇ ਪੁੱਛਿਆ ਤਾਂ ਦੋਸਤ ਬੋਲਿਆ, 1 ਹਫ਼ਤੇ ਤੱਕ ਗੱਡੀ ਲੈ ਜਾਣਾ ਡੰਡੀ। ਸੋਚਿਆ ਜਦੋਂ ਹੁਣ ਆਇਆ ਤਾਂ ਹੀ ਕਮੇਟੀ ਵਿੱਚ ਟੈਕਸ ਵੀ ਭਰ ਜਾਵਾਂ ਤਾਂ ਉੱਥੇ ਬੈਠੇ ਦੋਸਤ ਨੇ ਕਿਹਾ, ਭਰ ਦੇਵੀਂ ਟੈਕਸ, ਕਿਹੜੀ ਕਾਹਲੀ ਹੈ ਡੰਡੀ। ਤੂੰ ਜੇ ਰੋਟੀ ਖਾਣੀ ਹੈ ਤਾਂ ਆ ਜਾ ਡੰਡੀ। ਇੰਨਾ ਕਹਿ ਕੇ ਉਹ ਲੰਚ ਬ੍ਰੇਕ ਲਈ ਚਲਾ ਗਿਆ ਡੰਡੀ। ਵਾਰ-ਵਾਰ ਕੀ ਗੇੜੇ ਮਾਰਨੇ ਹਨ, ਇਹ ਸੋਚ ਕੇ ਕਮੇਟੀ ਨਹੀਂ ਗਿਆ। ਅਗਲੇ ਹਫ਼ਤੇ ਜਦੋਂ ਕਾਰ ਦੀ ਡਿਲੀਵਰੀ ਲੈਣ ਗਿਆ ਤਾਂ ਦੋਸਤ ਨੇ ਕਿਹਾ, ਆ ਬੈਠ, ਹੋਰ ਦੱਸੋ ਚਾਹ ਮੰਗਵਾਵਾਂ? ਪ੍ਰਸ਼ਨ ਚਿੰਨ੍ਹ। ਮੈਂ ਕਿਹਾ, ਚਾਹ ਫਿਰ ਕਿਤੇ ਪੀਵਾਂਗੇ ਡੰਡੀ। ਤੂੰ ਇਹ ਦੱਸ ਗੱਡੀ ਤਿਆਰ ਹੈ? ਪ੍ਰਸ਼ਨ ਚਿੰਨ੍ਹ। ਤਾਂ ਉਹ ਹੱਸਦਾ ਹੋਇਆ ਕਹਿਣ ਲੱਗਾ, ਬਸ 4 ਦਿਨ ਹੋਰ ਦੇ, ਤੈਨੂੰ ਤੇਰੀ ਗੱਡੀ ਨਵੀਂ ਵਰਗੀ ਬਣਾ ਕੇ ਦੇਵਾਂਗਾ ਡੰਡੀ। ਉੱਥੋਂ ਉੱਠ ਕੇ ਫਿਰ ਮੈਂ ਕਮੇਟੀ ਚਲਾ ਗਿਆ ਤਾਂ ਟੈਕਸ ਦੇ ਪੈਸੇ ਕੱਢੇ ਡੰਡੀ। ਅੱਗੋਂ ਉਹ ਦੋਸਤ ਬੋਲਿਆ, ਯਾਰ ਅੱਜ ਟੈਕਸ ਭਰਨ ਵਾਲਾ ਬੰਦਾ ਨਹੀਂ ਹੈ ਡੰਡੀ। ਕੋਲ ਬੈਠੇ ਤੀਸਰੇ ਬੰਦੇ ਨੂੰ ਕਹਿੰਦਾ, ਇਹ ਆਪਣਾ ਦੋਸਤ ਹੀ ਹੈ
ਕੋਈ ਗੱਲ ਨਹੀਂ, ਤੇਰਾ ਕੰਮ ਹੋ ਜਾਵੇਗਾ ਡੰਡੀ, ਸੋਮਵਾਰ ਨੂੰ ਆ ਜਾਵੀਂ ਡੰਡੀ। ਇਸੇ ਤਰ੍ਹਾਂ ਗੱਡੀ ਦਾ ਥੋੜ੍ਹਾ ਫਾਈਨਲ ਕੰਮ ਬਾਕੀ ਅਤੇ ਕਮੇਟੀ ਵਾਲਿਆਂ ਨੇ ਸਰਵਰ ਡਾਊਨ ਕਹਿ ਕੇ ਅਗਲਾ ਗੇੜਾ ਵੀ ਮੇਰਾ ਖਾਲੀ ਮੋੜ ਦਿੱਤਾ ਡੰਡੀ। ਘਰ ਆ ਕੇ ਬੈਠਾ ਸੋਚਣ ਲੱਗਾ ਕਿ ਯਾਰੀ ਦੋਸਤੀ ਇੱਕ ਤਰਫਾ ਹੀ ਹੁੰਦੀ ਹੈ। ਪ੍ਰਸ਼ਨ ਚਿੰਨ੍ਹ ਡੰਡੀ। ਮੈਂ ਵੀ ਉਹਨਾਂ ਦੀ ਲਿਹਾਜ਼ ਕਰਕੇ ਗੇੜੇ ਮਾਰੀ ਜਾਂਦਾ ਹਾਂ ਕਿ ਦੋਸਤ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਨਹੀਂ ਸੀ ਕਿ ਹੋਰਾਂ ਨਾਲੋਂ ਪਹਿਲਾਂ ਨਹੀਂ ਤਾਂ ਘੱਟੋ ਘੱਟ ਸਮੇਂ 'ਤੇ ਤਾਂ ਮੇਰਾ ਕੰਮ ਕਰਵਾ ਦਿੰਦੇ ਡੰਡੀ। ਸਟਾਰਟ। ਕਿਸਾਨੀ ਸੰਘਰਸ਼ ਅੱਜ ਲੋਕ ਸੰਘਰਸ਼ ਬਣ ਚੁੱਕਾ ਹੈ ਡੰਡੀ। ਜਿਸ ਅੰਦੋਲਨ ਨੂੰ ਪੰਜਾਬ ਦੀਆਂ 3 ਪੀੜ੍ਹੀਆਂ ਇਕੱਠੀਆਂ ਕੇ ਲੜ ਰਹੀਆਂ ਹਨ, ਉਸ ਸੰਘਰਸ਼ ਦਾ ਨਤੀਜਾ ਹੁਕੂਮਤਾਂ ਨੂੰ ਮਾਤ ਦੇਣਾ ਹੀ ਹੋਣਾ ਚਾਹੀਦਾ ਹੈ ਡੰਡੀ। ਪਰ ਇਹ ਸਮਾਂ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੂਜੇ ਰਾਜਾਂ ਦੀ ਇਕਜੁੱਟਤਾ ਨੂੰ ਦਰਸਾ ਰਿਹਾ ਹੈ ਡੰਡੀ। ਇਸ ਸਮੇਂ ਅਸੀਂ ਆਪਣੇ ਇਸ ਯੁੱਧ ਦੇ ਯੋਧੇ ਖੁਦ ਹਾਂ ਡੰਡੀ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਮੰਤਰੀ ਬਣਾਇਆ, ਆਖਰ ਉਹਨਾਂ ਦਾ ਸਾਡੇ ਸਮਾਜ ਵਿੱਚ ਕੀ ਕੰਮ ਹੈ? ਪ੍ਰਸ਼ਨ ਚਿੰਨ੍ਹ। ਵਰਤਮਾਨ ਹਾਲਾਤ ਕਈ ਸਵਾਲ ਖੜ੍ਹੇ ਕਰ ਰਹੇ ਹਨ ਡੰਡੀ। ਪਹਿਲਾ ਸਵਾਲ ਤਾਂ ਇਹ ਹੈ ਕਿ ਇਹ ਕਾਨੂੰਨ ਪਾਸ ਕਰਨ ਵੇਲੇ ਵਿਰੋਧੀ ਪਾਰਟੀਆਂ ਕਿੱਥੇ ਸਨ? ਪ੍ਰਸ਼ਨ ਚਿੰਨ੍ਹ। ਜੇ ਲੋਕਾਂ ਨੇ ਕਾਨੂੰਨ ਰੱਦ ਕਰਨ ਲਈ ਖੁਦ ਹੀ ਠੰਡੀਆਂ ਰਾਤਾਂ ਸੜਕਾਂ 'ਤੇ ਗੁਜ਼ਾਰਨੀਆਂ ਹਨ ਤਾਂ ਮੰਤਰੀਆਂ ਨੂੰ ਵੋਟਾਂ ਪਾ ਕੇ ਨਿੱਘੀਆਂ ਕੁਰਸੀਆਂ ਦਿਵਾਉਣ ਦਾ ਕੀ ਫਾਇਦਾ? ਪ੍ਰਸ਼ਨ ਚਿੰਨ੍ਹ। ਜੇ ਕੋਈ ਵੀ ਵਿਰੋਧੀ ਪਾਰਟੀ ਕੇਂਦਰੀ ਹਕੂਮਤ ਨੂੰ ਇੰਨੇ ਸਮੇਂ ਤੱਕ ਵੀ ਵੰਗਾਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਪਾਰਟੀ ਨੂੰ ਕੀ ਸੋਚ ਕੇ ਵੋਟ ਦਿੱਤੀ ਜਾਵੇ? ਪ੍ਰਸ਼ਨ ਚਿੰਨ੍ਹ। ਪੈਰਾ। ਭਾਰਤ ਨੂੰ ਨਵਾਂ ਭਾਰਤ ਬਣਾਉਣ ਲਈ ਮੌਜੂਦਾ ਕੇਂਦਰ ਸਰਕਾਰ ਬਹੁਤ ਹੀ ਬੇਤਰਤੀਬੇ ਫੈਸਲੇ ਲੈ ਰਹੀ ਹੈ ਅਤੇ ਇਸ ਦੇ ਨਤੀਜੇ ਆਮ ਨਾਗਰਿਕਾਂ ਨੂੰ ਭੁਗਤਣੇ ਪੈਂਦੇ ਹਨ ਡੰਡੀ। ਇਸ ਸੱਤਾਧਾਰੀ ਧਿਰ ਨੇ ਨੋਟਬੰਦੀ ਦਾ ਫੈਸਲਾ ਸੁਣਾਉਣ ਵੇਲੇ ਵੀ ਇੰਝ ਹੀ ਕਿਹਾ ਸੀ, ਕਾਲਾ ਧਨ ਵਾਪਸ ਆਵੇਗਾ ਤੇ ਦੇਸ਼ ਵਿਕਾਸ ਵੱਲ ਜਾਵੇਗਾ ਡੰਡੀ। ਪਰ ਹੋਇਆ ਕਿ? ਪ੍ਰਸ਼ਨ ਚਿੰਨ੍ਹ। ਲੋਕਾਂ ਨੂੰ ਮਿਹਨਤ ਦੀ ਕਮਾਈ ਬਚਾਉਣ ਲਈ ਵੀ ਖੱਜਲ ਹੋਣਾ ਪਿਆ ਅਤੇ ਕਾਲੇ ਧਨ ਨੂੰ ਲੈ ਕੇ ਨੀਰਵ ਮੋਦੀ ਵਰਗੇ ਕਈ ਵਿਦੇਸ਼ਾਂ ਵਿੱਚ ਬੈਠੇ ਹਨ ਡੰਡੀ। ਭਾਰਤ ਵਿਕਾਸ ਕਰਦਾ ਕਰਦਾ ਪਤਾ ਨਹੀਂ ਕਿਉਂ ਵਿਨਾਸ਼ ਵੱਲ ਜਾਣ ਲੱਗ ਪਿਆ ਹੈ ਡੰਡੀ। ਇਸੇ ਤਰ੍ਹਾਂ ਹੀ GST ਵਸਤਾਂ ਤੇ ਸੇਵਾਵਾਂ ਟੈਕਸ ਧਾਰਾ 370, CAA, ਰਾਸ਼ਟਰੀ ਸਿੱਖਿਆ ਨੀਤੀ 2019 ਨਾਲ ਦੇਸ਼ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ ਤਾਂ ਜੋ ਮੌਜੂਦਾ ਹਕੂਮਤ ਦਾ ਰਾਜ ਕਰਨਾ ਸੌਖਾ ਹੋ ਸਕੇ ਡੰਡੀ। ਕਰੋਨਾ ਦੀ ਆੜ ਵਿੱਚ ਅਨੇਕਾਂ ਅਜਿਹੇ ਫੈਸਲੇ ਲਏ ਗਏ ਜਿਨ੍ਹਾਂ ਦਾ ਖਮਿਆਜ਼ਾ ਆਮ ਵਰਗ ਨੂੰ ਭੁਗਤਣਾ ਪਿਆ ਹੈ ਡੰਡੀ। ਪਰਾ। ਕਿਸਾਨੀ ਬਿੱਲ 2020 ਵੀ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਦਾਅਵੇ ਅਤੇ ਸਾਲ 2022 ਦੇ ਅਖੀਰ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦਾ ਸੁਪਨਾ ਦਿਖਾਉਂਦੇ ਹੋਏ ਹੀ ਬਣਾਇਆ ਗਿਆ ਹੈ ਡੰਡੀ। ਪਰ ਅਸਲ ਹਕੀਕਤ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ ਕਿ
ਨਾ 9 ਮਣ ਤੇਲ ਹੋਣਾ ਤੇ ਨਾ ਹੀ ਰਾਧਾ ਨੇ ਨੱਚਣਾ ਹੈ ਡੰਡੀ। ਕਿਉਂਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਧੜਾ ਧੜ ਸਰਕਾਰੀ ਅਦਾਰਿਆਂ ਨੂੰ ਕੁਝ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਰਹੀ ਹੈ, ਉਸੇ ਤਰ੍ਹਾਂ ਇਹ ਕਾਨੂੰਨਾਂ ਨੂੰ ਮੁਨਾਫੇਖੋਰਾਂ ਦੇ ਹੱਥਾਂ ਦੀਆਂ ਕਠਪੁਤਲੀ ਬਣਾਉਣ 'ਤੇ ਲੱਗੀ ਹੈ ਡੰਡੀ। ਬਿੱਲ ਦੇ ਅਨੁਸਾਰ ਕਿਸਾਨਾਂ ਨੂੰ ਆਪਣੀ ਫਸਲ ਆਪਣੀ ਮਰਜ਼ੀ ਮੁਤਾਬਕ ਵੇਚਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਇਹ ਗੱਲ ਵੀ ਸਪਸ਼ਟ ਹੈ ਕਿ ਫਸਲ ਖਰੀਦਣ ਵਾਲੇ ਵੀ ਮਰਜ਼ੀ ਨਾਲ ਹੀ ਫਸਲ ਦੀ ਕੀਮਤ ਅਦਾ ਕਰਨਗੇ ਡੰਡੀ। ਇਤਿਹਾਸ ਗਵਾਹ ਹੈ ਕਿ ਹਰੇ ਇਨਕਲਾਬ ਦੇ ਨਾਂ ਹੇਠ ਵੀ ਇਹੋ ਜਿਹੇ ਧੋਖੇ ਹੋਏ ਹਨ ਡੰਡੀ। ਉਸ ਸਮੇਂ ਭਾਵੇਂ ਇਹ ਕ੍ਰਾਂਤੀ ਕਿਸਾਨਾਂ ਲਈ ਵਰਦਾਨ ਸਾਬਤ ਹੋਈ ਹੋਵੇ, ਪਰ ਅੱਜ 50-60 ਸਾਲ ਬਾਅਦ ਇਸ ਦੇ ਨਤੀਜੇ ਸਾਡੇ ਕਿਸਾਨ ਭੁਗਤ ਰਹੇ ਹਨ ਡੰਡੀ। ਭਾਰਤ ਲੰਬਾ ਸਮਾਂ ਵਿਦੇਸ਼ੀ ਹਾਕਮਾਂ ਦਾ ਗੁਲਾਮ ਰਿਹਾ ਹੈ ਡੰਡੀ। ਇਹ ਵੀ ਇੱਕ ਕੌੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਸਮਾਜਿਕ ਅਤੇ ਧਾਰਮਿਕ ਕੁਰੀਤੀ ਜਾਤ ਆਧਾਰਿਤ ਵਿਤਕਰੇ ਦਾ ਸ਼ਿਕਾਰ ਰਿਹਾ ਹੈ ਡੰਡੀ। ਇਸ ਵਿਤਕਰੇ ਨੂੰ ਖਤਮ ਕਰਨ ਲਈ ਸਮੇਂ-ਸਮੇਂ 'ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਮੁਹਿੰਮ ਚਲਾਈ ਹੈ ਡੰਡੀ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ, ਪਰ ਜਾਤ-ਪਾਤ ਆਧਾਰਿਤ ਵਿਤਕਰੇ ਤੋਂ ਬਹੁਤੇ ਲੋਕਾਂ ਨੂੰ ਆਜ਼ਾਦੀ ਨਾ ਮਿਲ ਸਕੀ ਡੰਡੀ। ਇਸ ਆਜ਼ਾਦੀ ਦੀ ਲੋਅ ਅਛੂਤਾਂ ਅਤੇ ਪਛੜੇ ਵਰਗਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ, ਜਿਨ੍ਹਾਂ ਨੂੰ ਸਾਹਿਬ ਅਤੇ ਮਾਨਵਰ ਵੀ ਕਿਹਾ ਜਾਂਦਾ ਹੈ, ਨੇ ਮੁਹਿੰਮ ਚਲਾਈ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬੇ ਵਿੱਚ ਕਈ ਵਾਰ ਸਰਕਾਰ ਬਣਾ ਕੇ ਮਨੂਵਾਦੀ ਸੱਤਾਧਾਰੀ ਪ੍ਰਥਾ ਨੂੰ ਤੋੜਿਆ ਡੰਡੀ। ਸਾਹਿਬ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਹਨਾਂ ਦੇ ਨਾਨਕੇ ਘਰ ਨਾਨਾ ਸਾਹਿਬ ਦਿੱਤਾ ਅਤੇ ਨਾਨੀ ਪ੍ਰਸਿੰਨੀ ਦੇਵੀ ਨੰਗਲ, ਚੰਡੀਗੜ੍ਹ ਮੁੱਖ ਮਾਰਗ 'ਤੇ ਬੁੰਗਾ ਸਾਹਿਬ ਕੋਲ ਪੈਂਦੇ ਪਿੰਡ ਪਿਰਥੀਪੁਰ, ਜ਼ਿਲ੍ਹਾ ਰੂਪਨਗਰ ਵਿੱਚ ਹੋਇਆ ਡੰਡੀ। ਆਪ ਮਾਤਾ ਪਿਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿੱਚੋਂ ਸਭ ਤੋਂ ਵੱਡੇ ਸਨ ਅਤੇ ਚਮਾਰ ਜਾਤ ਨਾਲ ਸੰਬੰਧ ਰੱਖਦੇ ਸਨ, ਜੋ ਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ ਡੰਡੀ। ਆਪ ਦਾ ਪਰਿਵਾਰ ਨੰਗਲ, ਚੰਡੀਗੜ੍ਹ ਮੁੱਖ ਮਾਰਗ 'ਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸੰਬੰਧਿਤ ਸਨ, ਪਰੰਤੂ ਆਪ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਹਨਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ ਡੰਡੀ। ਆਪ ਦੀ ਨਾਨੀ ਨਾਲ ਗੂੜਾ ਪਿਆਰ ਸੀ, ਜਿਸ ਕਰਕੇ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ ਅਤੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ ਡੰਡੀ। ਆਪ ਨੇ ਮੁੱਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ ਤੋਂ ਲੈਣ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ
1956 ਵਿੱਚ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ। ਡੈਂਡੀ ਇਸ ਦੌਰਾਨ ਆਪ ਦੀ ਮੰਗਣੀ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ, ਪਰ ਆਪ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਹੀ ਕਰ ਦਿੱਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਡੈਂਡੀ ਸਟਾਰਟ। ਨਿੱਜੀ ਹਸਪਤਾਲਾਂ ਦੁਆਰਾ ਮਰੀਜ਼ਾਂ ਦੀ ਖੁੱਲ੍ਹੇਆਮ ਕੀਤੀ ਜਾਂਦੀ ਲੁੱਟ ਅਤੇ ਕੀਤੇ ਜਾਂਦੇ ਦੂਸਰੇ ਘਪਲਿਆਂ ਬਾਰੇ ਬਾਰ-ਬਾਰ ਇੰਨੀਆਂ ਜ਼ਿਆਦਾ ਖਬਰਾਂ ਆ ਚੁੱਕੀਆਂ ਹਨ ਅਤੇ ਲੋਕਾਂ ਨੂੰ ਨਿੱਜੀ ਸਿਹਤ ਵਿਵਸਥਾ ਦਾ ਇਤਨਾ ਤਜਰਬਾ ਹੋ ਚੁੱਕਾ ਹੈ ਕਿ ਆਮ ਆਦਮੀ ਚਮਕਦਾਰ ਆਲੀਸ਼ਾਨ ਇਮਾਰਤਾਂ ਵਾਲੇ ਨਿੱਜੀ ਹਸਪਤਾਲਾਂ ਅੰਦਰ ਵੜਨ ਤੋਂ ਹੀ ਡਰਦੇ ਹਨ। ਡੈਂਡੀ ਆਪਣੀਆਂ ਨਵ ਉਦਾਰਵਾਦੀ ਨੀਤੀਆਂ ਕਾਰਨ ਸਰਕਾਰਾਂ ਨੇ ਨਿੱਜੀ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਠੇਕਾ ਲੈ ਰੱਖਿਆ ਹੈ। ਡੈਂਡੀ ਹਾਲਾਂਕਿ ਸਿਹਤ ਅਤੇ ਸਿੱਖਿਆ ਖੇਤਰ ਨਿੱਜੀ ਹੱਥਾਂ 'ਚ ਫੜਾਉਣ ਦਾ ਤਜਰਬਾ ਚੰਗਾ ਨਹੀਂ ਰਿਹਾ ਹੈ, ਜਿਸ ਨਾਲ ਕਿ ਅੰਤ ਨੂੰ ਦੇਸ਼ ਦਾ ਹੀ ਵੱਡਾ ਨੁਕਸਾਨ ਹੋਣ ਵਾਲਾ ਹੈ, ਪਰ ਸਰਕਾਰਾਂ ਨਵੇਂ-ਨਵੇਂ ਤਰੀਕੇ ਈਜਾਦ ਕਰਕੇ ਜੋ ਬਹੁਤੀ ਵਾਰ ਵਿਸ਼ਵ ਬੈਂਕ, ਕੌਮਾਂਤਰੀ ਮਾਲੀ ਕੋਸ਼ ਅਤੇ ਅਜਿਹੀਆਂ ਹੀ ਦੂਸਰੀਆਂ ਵਿਸ਼ਵ ਪੂੰਜੀਵਾਦ, ਖਾਸ ਕਰ ਵਿਕਸਤ ਪੂੰਜੀਵਾਦੀ ਦੇਸ਼ਾਂ ਦੀ ਰੱਖਿਆ ਕਰਨ ਵਾਲੀਆਂ ਸੰਸਥਾਵਾਂ ਦੇ ਹੀ ਸੁਝਾਏ ਹੁੰਦੇ ਹਨ। ਸਿਹਤ ਅਤੇ ਸਿੱਖਿਆ ਖੇਤਰ 'ਚ ਨਿੱਜੀਕਰਨ ਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰਨ ਦੀ ਨੀਤੀ ਤੇ ਧੜੱਲੇ ਨਾਲ ਚੱਲਦੀਆਂ ਰਹੀਆਂ ਹਨ। ਡੈਂਡੀ ਲੋਕਾਂ ਤੋਂ ਮਾਮੂਲੀ ਇਲਾਜ ਲਈ ਲੱਖਾਂ ਰੁਪਏ ਭੱਟਣ, ਜ਼ਬਰਦਸਤੀ ਕਈ ਦਿਨ ਲਾਸ਼ ਰੱਖ ਕੇ ਆਪਣਾ ਬਿੱਲ ਵਧਾਉਣ ਆਦਿ ਦੇ ਇਲਜ਼ਾਮ ਨਿੱਜੀ ਹਸਪਤਾਲਾਂ 'ਤੇ ਆਮ ਲੱਗਦੇ ਰਹੇ ਹਨ। ਡੈਂਡੀ ਤਰ੍ਹਾਂ ਦੀਆਂ ਹੇਰਾਫੇਰੀਆਂ ਅਤੇ ਵਿੱਤੀ ਧਾਂਦਲੀਆਂ ਦੇ ਬਾਵਜੂਦ ਨਿੱਜੀ ਹਸਪਤਾਲਾਂ ਦੇ ਪ੍ਰਬੰਧਕ ਬਚੇ ਰਹਿੰਦੇ ਹਨ, ਕਿਉਂਕਿ ਇਹ ਇੱਕ ਵੱਡੀ ਸਾਜ਼ਬਾਜ਼ ਦਾ ਹਿੱਸਾ ਹਨ। ਡੈਂਡੀ ਉੱਪਰੋਂ ਸਰਕਾਰਾਂ ਇਹਨਾਂ ਦੀਆਂ ਮਦਦਗਾਰ ਹਨ। ਡੈਂਡੀ ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਰਾਜ ਦੀ, ਸਿਹਤ ਖੇਤਰ 'ਚ ਨਿੱਜੀਕਰਨ ਵਧਾਉਣ ਵਾਲੀਆਂ ਨੀਤੀਆਂ ਲਿਆਉਣ ਨੂੰ ਤਰਜੀਹ ਦੇ ਰਹੀਆਂ ਹਨ। ਡੈਂਡੀ ਕੇਂਦਰ ਦੀ ਸਰਕਾਰ ਦੁਆਰਾ ਮੁਫਤ ਸਿਹਤ ਸੇਵਾ ਪ੍ਰਦਾਨ ਕਰਨ ਲਈ 2019 'ਚ ਲਿਆਂਦੀ ਆਯੁਸ਼ਮਾਨ ਭਾਰਤ ਯੋਜਨਾ ਵੀ ਅਜਿਹੀ ਤਰਜੀਹ ਹੇਠ ਆਈ ਯੋਜਨਾ ਹੈ। ਡੈਂਡੀ ਇਸ ਅਧੀਨ ਦੇਸ਼ ਦੇ 10 ਕਰੋੜ ਤੋਂ ਵਧੇਰੇ ਪੇਂਡੂ ਤੇ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਡੈਂਡੀ ਪੰਜਾਬ 'ਚ ਇਹ ਯੋਜਨਾ ਸਰਬੱਤ ਸਿਹਤ ਬੀਮਾ ਯੋਜਨਾ ਦੇ ਨਾਮ 'ਤੇ ਚੱਲ ਰਹੀ ਹੈ। ਡੈਂਡੀ ਇਸ ਅਧੀਨ ਰਾਜ ਸਰਕਾਰ ਹਰੇਕ ਪਰਿਵਾਰ ਲਈ 1000 ਰੁਪਇਆ ਬੀਮਾ ਕੰਪਨੀ ਨੂੰ ਅਦਾ ਕਰਦੀ ਹੈ, ਜੋ ਪਰਿਵਾਰ ਨੂੰ ਸਮਾਰਟ ਕਾਰਡ ਜਾਰੀ ਕਰਦੀ ਹੈ। ਡੈਂਡੀ ਇਸ ਨਾਲ ਵਿਅਕਤੀ ਜਾਂ ਉਸ ਦੇ ਪਰਿਵਾਰ ਦਾ ਕੋਈ ਜੀ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦਾ ਹੈ। ਡੈਂਡੀ ਇਸ ਖਰਚੇ ਦਾ 60% ਹਿੱਸਾ ਕੇਂਦਰ ਅਤੇ 40% ਹਿੱਸਾ ਰਾਜ ਸਰਕਾਰ ਨੇ ਅਦਾ ਕਰਨਾ ਹੁੰਦਾ ਹੈ। ਡੈਂਡੀ ਇਹ ਯੋਜਨਾ ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਦੀ ਮਿਲੀ ਭੁਗਤ ਨਾਲ ਘਪਲਿਆਂ ਅਤੇ ਇਹਨਾਂ ਦੁਆਰਾ ਵੱਡੇ ਲਾਭ ਖੱਟਣ ਦਾ ਸਰੋਤ ਬਣ ਗਈ ਹੈ। ਡੈਂਡੀ ਸਮਾਰਟ ਸਿਹਤ ਕਾਰਡ ਵਾਲੇ ਦੇ ਇਲਾਜ ਲਈ ਨਿੱਜੀ ਹਸਪਤਾਲ ਭਾਰੀ ਬਿੱਲ ਬਣਾਉਂਦੇ ਹਨ ਅਤੇ ਨਿੱਜੀ ਬੀਮਾ ਕੰਪਨੀਆਂ ਤੋਂ ਕਲੇਮ ਦੇ ਰੂਪ 'ਚ ਭਾਰੀ ਰਕਮਾਂ
ਹਾਸਲ ਕਰਦੇ ਹਨ। ਡੰਡੀ ਸਾਫ਼ ਹੈ ਕਿ ਕੰਮ ਮਿਲੀ ਭੁਗਤ ਨਾਲ ਹੀ ਚੱਲਦਾ ਹੈ। ਡੰਡੀ ਸਰਕਾਰ ਇਸ ਤਰ੍ਹਾਂ ਨਿੱਜੀ ਹਸਪਤਾਲਾਂ ਨੂੰ ਹੀ ਨਹੀਂ, ਨਿੱਜੀ ਬੀਮਾ ਕੰਪਨੀਆਂ ਨੂੰ ਵੀ ਵੱਡੇ ਮੁਨਾਫੇ ਬਣਾਉਣ ਦਾ ਮੌਕਾ ਦਿੰਦੀ ਹੈ। ਡੰਡੀ ਇਹ ਬੀਮਾ ਕੰਪਨੀਆਂ ਸਰਕਾਰੀ ਹਸਪਤਾਲਾਂ ਦੇ ਕਲੇਮ ਰੱਦ ਕਰਦੀਆਂ ਹਨ। ਡੰਡੀ ਇਸ ਦੀ ਇੱਕ ਵਜ੍ਹਾ ਇਹ ਹੈ ਕਿ ਸਰਕਾਰ ਹੀ ਸਰਕਾਰੀ ਹਸਪਤਾਲਾਂ ਨੂੰ ਰੋਲਣ 'ਤੇ ਤੁਲੀ ਹੋਈ ਹੈ। ਡੰਡੀ ਨਿੱਜੀ ਹਸਪਤਾਲਾਂ ਅਤੇ ਨਿੱਜੀ ਬੀਮਾ ਕੰਪਨੀਆਂ ਦੁਆਰਾ ਸਰਕਾਰੀ ਯੋਜਨਾ ਅਧੀਨ ਜਨਤਕ ਪੈਸੇ ਦੀ ਲੁੱਟ ਦੇ ਸਿਲਸਿਲੇ ਤੋਂ ਗਾਹੇ ਬਗਾਹੇ ਪਰਦਾ ਉੱਠਦਾ ਰਹਿੰਦਾ ਹੈ। ਡੰਡੀ ਪੰਜਾਬ 'ਚ ਇਸ ਲੁੱਟ ਦਾ ਕੁਝ ਦਿਨਾਂ ਤੋਂ ਚਰਚਾ ਹੈ। ਡੰਡੀ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ 7, ਕਪੂਰਥਲਾ ਦੇ 2 ਅਤੇ ਹੁਸ਼ਿਆਰਪੁਰ ਦੇ 1 ਨਿੱਜੀ ਹਸਪਤਾਲ ਦੀਆਂ ਆਯੁਸ਼ਮਾਨ ਯੋਜਨਾ ਅਧੀਨ ਕੀਤੀਆਂ ਕਰੋੜਾਂ ਰੁਪਏ ਦੀਆਂ ਹੇਰਾਫੇਰੀਆਂ ਫੜੀਆਂ ਹਨ। ਡੰਡੀ ਸੁਲਤਾਨਪੁਰ ਲੋਧੀ ਦੇ ਇੱਕ ਨਾਮੀ ਹਸਪਤਾਲ 'ਚ ਬਿਨਾਂ ਆਪਰੇਸ਼ਨ ਕੀਤੇ ਹੀ ਆਪਰੇਸ਼ਨ ਦਾ ਕਲੇਮ ਲੈ ਲਿਆ ਗਿਆ ਹੈ। ਡੰਡੀ ਇਹ ਨਿੱਜੀ ਹਸਪਤਾਲਾਂ ਦੁਆਰਾ ਕੀਤੀਆਂ ਜਾਂਦੀਆਂ ਆਮ ਹੇਰਾਫੇਰੀਆਂ ਹਨ। ਡੰਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਭਰ ਦੇ ਨਿੱਜੀ ਹਸਪਤਾਲਾਂ ਦੀਆਂ ਅਜਿਹੀਆਂ ਕਾਰਵਾਈਆਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਡੰਡੀ ਪਰ ਸਰਕਾਰ ਸ਼ਾਇਦ ਨਿੱਜੀ ਹਸਪਤਾਲਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਨਾ ਉਠਾਉਣਾ ਚਾਹੇ, ਕਿਉਂਕਿ ਤਦ ਸਰਕਾਰੀ ਹਸਪਤਾਲਾਂ ਨੂੰ ਬਦਨਾਮ ਕਰਨਾ ਔਖਾ ਹੋ ਜਾਵੇਗਾ। ਡੰਡੀ ਆਮ ਭਾਰਤੀ ਲੋਕਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਿਹਤ ਅਤੇ ਸਿੱਖਿਆ ਦਾ ਨਿੱਜੀਕਰਨ ਸਮੱਸਿਆਵਾਂ ਦਾ ਹੱਲ ਨਹੀਂ ਹੈ। ਡੰਡੀ ਇਹ ਲੋਕ ਵਿਰੋਧੀ ਹੀ ਨਹੀਂ, ਦੇਸ਼ ਦੇ ਭਵਿੱਖ ਲਈ ਵੀ ਨੁਕਸਾਨਦੇਹ ਹੈ। ਡੰਡੀ ਪਹਿਰਾ ਆਮ ਜ਼ਿੰਦਗੀ ਦੀਆਂ ਵੱਧ ਤੋਂ ਵੱਧ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਨਾਲ ਹਰੇਕ ਵਿਅਕਤੀ ਮਸ਼ੀਨ ਬਣ ਕੇ ਰਹਿ ਗਿਆ ਹੈ। ਡੰਡੀ ਪੈਸਾ ਕਮਾਉਣ ਦੀ ਤਾਂਘ ਨਾਲ ਅਜੋਕੀ ਨੌਜਵਾਨ ਪੀੜ੍ਹੀ ਦਿਨ ਰਾਤ ਇਹੀ ਵਿਉਂਤਬੰਦੀ ਕਰਦੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਪੈਸਾ ਕਿਸ ਤਰੀਕੇ ਨਾਲ ਕਮਾਇਆ ਜਾਵੇ, ਜਿਸ ਨਾਲ ਉਹ ਵਧੀਆ ਮਕਾਨ, ਚੰਗੀ ਗੱਡੀ ਅਤੇ ਹੋਰ ਐਸ਼ੋ ਆਰਾਮ ਦੀਆਂ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰ ਸਕੇ ਤੇ ਆਪਣੇ ਸਮਾਜ ਅਤੇ ਸ਼ਰੀਕੇ ਵਿੱਚ ਸਾਬਤ ਕਰ ਸਕੇ ਕਿ ਉਹ ਵੀ ਅਮੀਰ ਹੈ। ਡੰਡੀ ਇਸ ਲਈ ਉਹ ਆਪਣੀ ਸਿਹਤ ਦਾ ਧਿਆਨ ਕੀਤੇ ਬਗੈਰ 24 ਘੰਟਿਆਂ 'ਚੋਂ 16 ਘੰਟੇ ਕੰਮ ਕਰਨ ਤੋਂ ਪਰਹੇਜ਼ ਨਹੀਂ ਕਰਦਾ। ਡੰਡੀ ਇਸ ਤਰ੍ਹਾਂ ਕਰਨ ਨਾਲ ਜੋ ਉਹ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਪੈਸੇ ਕਮਾਉਣ 'ਚ ਤਾਂ ਬਤੀਤ ਕਰਦਾ ਹੈ, ਪਰ ਘਰ ਵਿੱਚ ਆਪਣੇ ਛੋਟੇ ਬੱਚਿਆਂ ਨੂੰ ਸਮਾਂ ਨਹੀਂ ਦਿੰਦਾ, ਜੋ ਉਹਨਾਂ ਬੱਚਿਆਂ ਲਈ ਪੈਸਿਆਂ ਤੋਂ ਵੱਧ ਕੀਮਤੀ ਹੈ। ਡੰਡੀ ਬਚਪਨ ਲੰਘ ਜਾਣ ਬਾਅਦ ਮਾਪਿਆਂ ਦਾ ਇਹੀ ਸਮਾਂ ਬੱਚਿਆਂ ਲਈ ਜ਼ਿੰਦਗੀ ਦਾ ਮਾਰਗਦਰਸ਼ਨ ਕਰਦਾ ਹੈ। ਡੰਡੀ ਇਸ ਲਈ ਛੋਟੇ ਬੱਚਿਆਂ ਨੂੰ ਸਮਾਂ ਜ਼ਰੂਰ ਦਿਓ। ਡੰਡੀ ਸਟਾਰਟ 1957 ਵਿੱਚ ਆਪ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਦੀ ਟ੍ਰੇਨਿੰਗ ਲਈ ਦੇਹਰਾਦੂਨ ਚਲੇ ਗਏ। ਡੰਡੀ ਇਸ ਟ੍ਰੇਨਿੰਗ ਲਈ ਸਮੂਹ ਸਿੱਖਿਆਰਥੀਆਂ ਨੂੰ ਇੱਕ ਬਾਂਡ ਭਰਨ ਲਈ ਕਿਹਾ ਗਿਆ, ਜਿਸ ਅਨੁਸਾਰ ਇੱਕ ਨਿਸ਼ਚਿਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜ਼ਰੂਰੀ ਸੀ, ਪਰੰਤੂ ਆਪ ਨੇ ਮਨਾ ਕਰ ਦਿੱਤਾ ਅਤੇ ਟ੍ਰੇਨਿੰਗ ਛੱਡ ਕੇ ਵਾਪਸ ਆ ਗਏ। ਡੰਡੀ ਇਸ ਤੋਂ ਬਾਅਦ ਆਪ ਨੇ ਰੱਖਿਆ ਉਤਪਾਦਨ ਵਿਭਾਗ,
ਪੂਨਾ ਵਿੱਚ ਸਹਾਇਕ ਵਿਗਿਆਨੀ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ। ਡੈਂਡੀ 1965 ਵਿੱਚ ਉਹਨਾਂ ਨੇ ਆਪਣੇ ਅਦਾਰੇ ਵਿੱਚ ਇੱਕ ਹੋਰ ਅਛੂਤ ਸਟਾਫ ਮੈਂਬਰ ਦੀਨਾ ਭਾਨਾ ਨਾਲ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਸੰਬੰਧੀ ਹੋਣ ਵਾਲੀਆਂ ਛੁੱਟੀਆਂ ਪ੍ਰਬੰਧਕਾਂ ਵੱਲੋਂ ਰੱਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਘਰਸ਼ ਕਰਕੇ ਬੰਦ ਕੀਤੀਆਂ ਗਈਆਂ ਇਹ ਛੁੱਟੀਆਂ ਮੁੜ ਸ਼ੁਰੂ ਕਰਵਾਈਆਂ। ਡੈਂਡੀ ਆਪ ਨੇ 1971 ਵਿੱਚ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਦਲਿਤਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਕਰਮਚਾਰੀਆਂ ਵੈਲਫੇਅਰ ਸੰਸਥਾ ਦੀ ਸਥਾਪਨਾ ਕੀਤੀ। ਡੈਂਡੀ ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੰਗੋਵਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨ੍ਹਣ ਦਾ ਸੁਪਨਾ ਸੱਚ ਕਰ ਦਿਖਾਇਆ। ਡੈਂਡੀ ਆਪ ਨੇ ਮੌਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ, ਜੋ ਕਿ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਕਾਂਗਰਸੀ ਆਗੂ ਮੋਹਨਦਾਸ ਕਰਮਚੰਦ ਗਾਂਧੀ ਵਿਚਕਾਰ ਸਮਝੌਤਾ ਸੀ, ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਡੈਂਡੀ ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੌਤੇ ਕਾਰਨ PM ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦਿੱਤੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਵਾਂਝੇ ਰਹਿਣਾ ਪਿਆ ਹੈ। ਡੈਂਡੀ ਆਪ ਨੇ ਇਸ ਸੰਬੰਧੀ ਆਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਡੈਂਡੀ 1973 ਵਿੱਚ ਬੈਕਵਰਡ ਐਂਡ ਮਾਈਨਾਰਿਟੀ ਕਮਿਊਨਿਟੀ ਇੰਪਲਾਈਜ਼ ਫੈਡਰੇਸ਼ਨ ਬਾਮਸੇਫ ਦੀ ਸਥਾਪਨਾ ਕੀਤੀ ਅਤੇ ਇਸ ਦਾ ਦਫ਼ਤਰ 1976 ਵਿੱਚ ਦਿੱਲੀ ਵਿੱਚ ਖੋਲ੍ਹਿਆ ਗਿਆ। ਡੈਂਡੀ ਇਸ ਸੰਸਥਾ ਦਾ ਮੁੱਖ ਉਦੇਸ਼ ਡਾਕਟਰ ਅੰਬੇਡਕਰ ਵੱਲੋਂ ਦਿੱਤੇ ਗਏ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਰੱਖਿਆ ਗਿਆ। ਡੈਂਡੀ ਆਪ ਨੇ ਡਾਕਟਰ ਅੰਬੇਡਕਰ ਅਤੇ ਸਮਾਜ ਦੇ ਹੋਰ ਰਹਿਬਰਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਕੁਝ ਸਾਥੀਆਂ ਨਾਲ ਸਾਈਕਲ ਯਾਤਰਾ ਕੀਤੀ। ਡੈਂਡੀ ਸਟਾਰਟ ਲਾਹੌਰ ਵਿੱਚ ਪਾਕਿਸਤਾਨ ਸਰਕਾਰ ਨੇ ਇੱਕ ਅਜਿਹਾ ਅਜਾਇਬ ਘਰ ਬਣਾਇਆ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਹਕੂਮਤ ਨਾਲ ਸੰਬੰਧਿਤ ਚੀਜ਼ਾਂ ਰੱਖੀਆਂ ਗਈਆਂ ਹਨ। ਡੈਂਡੀ ਜੋ ਲੋਕ ਵਿਦੇਸ਼ਾਂ ਵਿੱਚੋਂ ਆਉਂਦੇ ਹਨ ਉਹ ਇਸ ਨੂੰ ਵੇਖਣ ਲਈ ਉਤਸੁਕ ਹੁੰਦੇ ਹਨ। ਡੈਂਡੀ ਇਹ ਅਜਾਇਬ ਘਰ ਪੁਰਾਣਾ ਕਿਲ੍ਹਾ ਲਾਹੌਰ ਵਿੱਚ ਸਥਾਪਿਤ ਕੀਤਾ ਗਿਆ ਹੈ। ਡੈਂਡੀ ਜਦੋਂ ਸਿੰਘ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਲਾਹੌਰ ਜਾਂਦੇ ਹਨ ਤਾਂ ਉਹ ਸਿੱਖ ਅਜਾਇਬ ਘਰ ਜ਼ਰੂਰ ਵੇਖਦੇ ਹਨ। ਡੈਂਡੀ ਸਿੱਖ ਅਜਾਇਬ ਘਰ ਆਪਣੇ ਆਪ ਵਿੱਚ ਅਦੁੱਤੀ ਹੈ ਕਿਉਂਕਿ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਫੌਜ ਵੱਲੋਂ 1799 ਈਸਵੀ ਤੋਂ ਲੈ ਕੇ 1849 ਈਸਵੀ ਦੌਰਾਨ ਵਰਤੇ ਗਏ ਅਸਤਰ ਸ਼ਸਤਰ ਰੱਖੇ ਗਏ ਹਨ। ਡੈਂਡੀ ਇਸ ਤੋਂ ਬਿਨਾਂ ਰਾਜਕੁਮਾਰੀ ਬੰਬਾ ਸਾਊਦਰਲੈਂਡ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੀ ਉਸ ਵੱਲੋਂ ਵੀ ਕੁਝ ਇਤਿਹਾਸਕ ਚੀਜ਼ਾਂ ਇਸ ਅਜਾਇਬ ਘਰ ਨੂੰ ਭੇਂਟ ਕੀਤੀਆਂ ਗਈਆਂ ਹਨ। ਡੈਂਡੀ
ਜਿਸ 2 ਮੰਜ਼ਲਾ ਇਮਾਰਤ ਵਿੱਚ ਇਹ ਸੁੰਦਰ ਅਜਾਇਬ ਘਰ ਕਾਇਮ ਕੀਤਾ ਗਿਆ ਹੈ, ਉਹ ਮਹਾਰਾਣੀ ਜਿੰਦਾ ਨਾਲ ਸੰਬੰਧ ਰੱਖਦੀ ਹੈ। ਡੈਂਡੀ ਹੇਠਲੀ ਮੰਜ਼ਲ ਦਾ ਨਿਰਮਾਣ ਸ਼ਹਿਨਸ਼ਾਹ ਜਹਾਂਗੀਰ ਵੱਲੋਂ 1617 ਈਸਵੀ ਵਿੱਚ ਕਰਵਾਇਆ ਗਿਆ ਅਤੇ ਦੂਜੀ ਮੰਜ਼ਲ ਸਿੱਖਾਂ ਵੱਲੋਂ ਮਹਾਰਾਣੀ ਜਿੰਦਾ ਦੀ ਰਿਹਾਇਸ਼ ਲਈ ਉਸਾਰੀ ਗਈ ਸੀ। ਡੈਂਡੀ ਹੇਠਲੀ ਮੰਜ਼ਲ 'ਤੇ ਜੋ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ, ਉਹਨਾਂ ਵਿੱਚ ਸਿੱਖ ਸਾਹਿਬਜ਼ਾਦਿਆਂ ਅਤੇ ਹੋਰ ਵੱਡੀਆਂ ਵੱਡੀਆਂ ਹਸਤੀਆਂ ਦੀਆਂ ਤਸਵੀਰਾਂ, ਜੰਗ ਵਿੱਚ ਵਰਤੇ ਜਾਣ ਵਾਲੇ ਹਥਿਆਰ, ਭਾਲੇ, ਨੇਜੇ, ਰਾਈਫਲਾਂ, ਪਿਸਤੌਲ ਅਤੇ ਕਵਚ ਆਦਿ ਸ਼ਾਮਲ ਹਨ। ਡੈਂਡੀ ਸਿੱਖ ਫੌਜ ਅਤੇ ਬ੍ਰਿਟਿਸ਼ ਫੌਜ ਵਿਚਾਲੇ ਹੋਈਆਂ ਲੜਾਈਆਂ ਦੇ ਦ੍ਰਿਸ਼ ਵੀ ਦਿਖਾਏ ਗਏ ਹਨ। ਡੈਂਡੀ ਸਭ ਤੋਂ ਵੱਧ ਦੇਖਣਯੋਗ ਅਤੇ ਦਿਲਚਸਪ ਚੀਜ਼ ਹੈ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੀਆਂ ਸੋਨੇ ਦੀਆਂ ਝਾਲਰਾਂ, ਜੋ ਪੂਰੇ ਆਕਾਰ ਦੇ ਲੱਕੜੀ ਦੇ ਘੋੜੇ 'ਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਡੈਂਡੀ ਉੱਪਰੀ ਮੰਜ਼ਲ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀਆਂ ਪੇਂਟਿੰਗ ਹਨ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਡੈਂਡੀ ਇਹ ਪੇਂਟਿੰਗ ਯੂਰਪੀਨ ਪੇਂਟਰਾਂ ਅਤੇ ਆਰਟਿਸਟਾਂ ਵੱਲੋਂ ਤਿਆਰ ਕੀਤੀਆਂ ਗਈਆਂ ਸਨ। ਡੈਂਡੀ ਪਹਿਲੇ ਕਮਰੇ ਵਿੱਚ ਹੁਕਮਰਾਨਾਂ ਦੀਆਂ ਤਸਵੀਰਾਂ ਹਨ। ਦੂਜਾ ਕਮਰਾ, ਜੋ ਇੱਕ ਵੱਡਾ ਹਾਲ ਹੈ, ਉਸ ਵਿੱਚ ਹਥਿਆਰ ਦਿਖਾਏ ਗਏ ਹਨ। ਡੈਂਡੀ ਵੱਖ-ਵੱਖ ਪ੍ਰਕਾਰ ਦੀਆਂ ਤਲਵਾਰਾਂ, ਅਫਗਾਨ ਛੁਰੇ, ਪਿਸਤੌਲਾਂ, ਤੀਰ ਕਮਾਨਾਂ, ਇਹ ਸਭ ਚੀਜ਼ਾਂ ਕੰਧਾਂ ਦੇ ਨਾਲ ਲੱਗੇ ਸ਼ੋਕੇਸਾਂ ਵਿੱਚ ਦਿਖਾਈਆਂ ਗਈਆਂ ਹਨ। ਡੈਂਡੀ ਅਖੀਰਲਾ ਕਮਰਾ ਇੱਕ ਅਸਤਬਲ ਦਾ ਮਾਡਲ ਹੈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੀਆਂ ਸੋਨੇ ਦੀਆਂ ਝਾਲਰਾਂ ਦੀ ਨੁਮਾਇਸ਼ ਇੱਕ ਲੱਕੜੀ ਦੇ ਘੋੜੇ 'ਤੇ ਕੀਤੀ ਹੋਈ ਹੈ। ਡੈਂਡੀ ਇੱਥੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਇੱਕ ਖੂਬਸੂਰਤ ਆਇਲ ਪੇਂਟਿੰਗ ਵੀ ਹੈ। ਡੈਂਡੀ ਵਾਸਤਵ ਵਿੱਚ ਇਹ ਅਜਾਇਬ ਘਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਸ਼ਾਨ ਨੂੰ ਮੂਰਤੀਮਾਨ ਕਰਦਾ ਹੈ, ਜਿਸ 'ਤੇ ਸਮੁੱਚੇ ਤੌਰ 'ਤੇ ਪੰਜਾਬੀ ਲੋਕ ਨਾਜ਼ ਕਰਦੇ ਅਤੇ ਕਰਦੇ ਰਹਿਣਗੇ। ਡੈਂਡੀ ਅਤੇ ਬਹੁਜਨ ਸੁਖਾਏ ਲਹਿਰ ਚਲਾਈ। ਡੈਂਡੀ ਸਾਲ 1980 ਵਿੱਚ ਆਪ ਨੇ ਅੰਬੇਡਕਰ ਮੇਲਾ ਨਾਮ 'ਤੇ ਪੈਦਲ ਯਾਤਰਾ ਕੀਤੀ। ਡੈਂਡੀ ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ DS4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ ਅਤੇ ਡਾਕਟਰ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ BSP ਬਣਾ ਦਿੱਤੀ ਅਤੇ ਕਰੋੜਾਂ ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਦਾ ਐਲਾਨ ਕਰ ਦਿੱਤਾ। ਡੈਂਡੀ 1999 ਦੀਆਂ ਲੋਕ ਸਭਾ ਚੋਣਾਂ ਵਿੱਚ BSP ਨੇ ਦੇਸ਼ ਵਿੱਚ 2.07% ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। ਡੈਂਡੀ 1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ, ਜਿਸ ਵਿੱਚ 19 ਵਿਧਾਇਕ
ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। ਡੰਡੀ ਸਾਲ 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉੱਤਰ ਪ੍ਰਦੇਸ਼ ਵਿੱਚ BSP ਨੇ 67 ਵਿਧਾਇਕ ਬਣਾ ਕੇ ਵੱਡੀ ਜਿੱਤ ਹਾਸਲ ਕੀਤੀ। ਡੰਡੀ ਆਪ 2 ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਡੰਡੀ ਦੱਸਣਯੋਗ ਹੈ ਕਿ 1996 ਵਿੱਚ ਪੰਜਾਬ ਦੇ ਜਿਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਤੋਂ ਆਪ ਲੋਕ ਸਭਾ ਮੈਂਬਰ ਬਣੇ, ਇਸੇ ਹਲਕੇ ਤੋਂ 50 ਸਾਲ ਪਹਿਲਾਂ ਆਦਿ ਧਰਮ ਮੁਹਿੰਮ ਦੇ ਮੋਢੀ ਬਾਬੂ ਮੰਗੂ ਰਾਮ ਮੂਗੋਵਾਲੀਆ ਵਿਧਾਇਕ ਬਣੇ ਸਨ। ਡੰਡੀ 18 ਫਰਵਰੀ 2001 ਨੂੰ ਆਦਿ ਧਰਮ ਦੀ ਸਥਾਪਨਾ ਦੇ 75 ਸਾਲ ਹੋਣ 'ਤੇ ਬਹੁਜਨ ਸਮਾਜ ਪਾਰਟੀ ਵੱਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਪ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ 'ਤੇ ਚੱਲਣ ਦਾ ਸੁਨੇਹਾ ਦਿੱਤਾ। ਡੰਡੀ 1998 ਵਿੱਚ ਆਪ ਨੇ ਇਹ ਵਾਅਦਾ ਕੀਤਾ ਕਿ ਇਹ ਉਦੋਂ ਤੱਕ ਆਪ ਚੋਣ ਨਹੀਂ ਲੜਨਗੇ ਜਦੋਂ ਤੱਕ ਲੋਕ ਸਭਾ ਵਿੱਚ ਘੱਟੋ ਘੱਟ 100 ਮੈਂਬਰ ਜਿੱਤ ਕੇ ਨਹੀਂ ਜਾਂਦੇ, ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥ ਵਿੱਚ ਆ ਸਕੇ। ਡੰਡੀ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਬੇਸ਼ੱਕ ਪੰਜਾਬ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ, ਪਰ ਉੱਤਰ ਪ੍ਰਦੇਸ਼ ਵਿੱਚ BSP ਨੇ ਕਈ ਵਾਰ ਸਰਕਾਰ ਬਣਾਈ। ਡੰਡੀ ਆਪ ਦੇਸ਼ ਦੇ ਬਹੁਜਨ ਸਮਾਜ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾਉਣਾ ਚਾਹੁੰਦੇ ਸਨ। ਡੰਡੀ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕੀਤੀ, ਪਰੰਤੂ ਆਪ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਡੰਡੀ ਜਿਸकी जितनी संख्या भारी उतनी उसकी हिस्सेदारी ਦਾ ਨਾਰਾ ਦੇਣ ਵਾਲੇ ਕਾਂਸ਼ੀ ਰਾਮ ਸੱਤਾ ਨੂੰ ਦਲਿਤਾਂ ਦੇ ਦਰਵਾਜ਼ੇ ਤੱਕ ਲਿਆਉਣਾ ਚਾਹੁੰਦੇ ਸਨ। ਡੰਡੀ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਲਈ ਘਰ ਬਣਾ ਕੇ ਦੇਣ ਦੀ ਸਕੀਮ 'ਚ ਹੋਏ ਘੁਟਾਲੇ ਨੂੰ ਨੰਗਿਆਂ ਹੋਇਆਂ ਕਰੀਬਨ 1 ਦਹਾਕਾ ਹੋ ਚੁੱਕਾ ਹੈ ਅਤੇ ਇਸ ਅਧੀਨ ਮਾਣਯੋਗ ਹਾਈ ਕੋਰਟ ਵੱਲੋਂ ਵੀ ਇਸ ਦਾ ਸਖਤੀ ਨਾਲ ਨੋਟਿਸ ਲਿਆ ਗਿਆ ਹੈ ਅਤੇ ਮਾਮਲਾ ਕੋਰਟ ਅਧੀਨ ਜਾਰੀ ਹੈ। ਡੰਡੀ ਪੰਜਾਬ ਸਰਕਾਰ ਆਪਣੀ ਜਵਾਬਦੇਹੀ ਤੋਂ 2016 ਤੋਂ ਲੈ ਕੇ ਹੁਣ ਤੱਕ ਮਾਣਯੋਗ ਹਾਈ ਕੋਰਟ ਤੋਂ ਭੱਜਦੀ ਆ ਰਹੀ ਹੈ। ਡੰਡੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਅਰਬਨ ਡਿਵੈਲਪਮੈਂਟ ਦੀਆਂ ਮੀਟਿੰਗਾਂ ਇਸ ਬਾਬਤ ਚੰਡੀਗੜ੍ਹ ਵਿੱਚ ਹੋ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਇਹਨਾਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ। ਡੰਡੀ ਇਸ ਦੇ ਬਾਵਜੂਦ ਗਰੀਬਾਂ ਲਈ ਕੋਰਟ ਅੱਗੇ ਪੇਸ਼ ਹੋ ਕੇ ਆਪਣੀ ਜ਼ਿੰਮੇਵਾਰੀ ਦਰਸਾਉਣ ਦੀ ਥਾਂ ਪੰਜਾਬ ਸਰਕਾਰ ਘੁਟਾਲੇਬਾਜ਼ ਬਿਲਡਰਾਂ ਖਿਲਾਫ ਦਰਜ ਮਾਮਲਿਆਂ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਕਈ ਵਾਰ ਕਰ ਚੁੱਕੀ ਹੈ ਅਤੇ ਬਾਕੀ ਬਿਲਡਰਾਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਡੰਡੀ ਬਲਕਿ ਪੰਜਾਬ ਸਰਕਾਰ ਤਾਂ ਪੁਰਾਣੀ ਅਕਾਲੀ ਸਰਕਾਰ ਦੀ ਤਰਜ਼ 'ਤੇ ਇਸ ਨੂੰ ਵੋਟਾਂ ਲਈ ਮੌਕੇ ਵਜੋਂ ਦੇਖ ਰਹੀ ਹੈ। ਡੰਡੀ ਅਤੇ ਸਰਕਾਰ ਨੇ ਆਪਣੇ ਕਾਰਜਕਾਲ ਦਾ ਕਾਫੀ ਸਮਾਂ ਘਪਲੇਬਾਜ਼ ਬਿਲਡਰਾਂ ਨੂੰ ਬਚਾਉਣ ਦੀਆਂ ਸਕੀਮਾਂ ਵਿੱਚ ਹੀ ਲੰਘਾ ਦਿੱਤਾ ਹੈ। ਡੰਡੀ ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਦਿਨੀਂ ਬਣਾਈ ਗਈ ਨਵੀਂ ਕਥਿਤ EWS
ਪਾਲਿਸੀ ਬਣਾਈ ਗਈ ਹੈ, ਜਦੋਂ ਕਿ ਇਸੇ ਪਾਲਿਸੀ ਅਧੀਨ ਮੌਜੂਦਾ ਅਤੇ ਪੁਰਾਣੀ ਸਰਕਾਰ ਵੱਲੋਂ ਕਈ ਵਾਰ ਅਰਜ਼ੀਆਂ ਮੰਗ ਕੇ ਅਤੇ ਡਰਾ ਕੱਢ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਅਤੇ ਅਰਜ਼ੀਆਂ ਰੱਦੀ ਦੇ ਢੇਰਾਂ ਵਿੱਚ ਸੁੱਟ ਕੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵੀ ਖਰਾਬ ਕੀਤੀ ਹੈ। ਡੰਡੀ ਇਸ ਵਾਰ-ਵਾਰ ਚੱਲਣ ਵਾਲੇ ਪ੍ਰੋਸੈਸ ਨਾਲ ਕਰੋੜਾਂ ਲੋਕਾਂ ਦੇ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਹੈ। ਡੰਡੀ ਮੌਜੂਦਾ ਸਿਹਤ ਮੰਤਰੀ ਅਤੇ ਉਸ ਸਮੇਂ ਦੇ ਵਿਧਾਇਕ ਸ਼੍ਰੀ ਬਲਬੀਰ ਸਿੰਘ ਸਿੱਧੂ ਅਕਾਲੀ ਸਰਕਾਰ ਸਮੇਂ ਕੱਢੇ ਗਏ ਡਰਾਅ ਵਿੱਚ ਹੋਏ ਘਪਲੇ ਦਾ ਵਿਰੋਧ ਕਰਨ ਲਈ ਮੌਜੂਦ ਸਨ, ਜਿਸ ਵਿੱਚ ਉਹਨਾਂ ਨੇ ਗਰੀਬ ਲੋਕਾਂ ਦੀਆਂ ਵੋਟਾਂ ਇਹ ਕਹਿ ਕੇ ਹਾਸਲ ਕੀਤੀਆਂ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਗਰੀਬ ਲੋਕਾਂ ਨੂੰ ਮਕਾਨ ਦਿੱਤੇ ਜਾਣਗੇ। ਡੰਡੀ ਜਦ ਕਿ ਸਰਕਾਰ ਦੇ ਕਾਰਜਕਾਲ ਦੇ ਲਗਭਗ 2 ਸਾਲ ਹੀ ਬਾਕੀ ਹਨ ਅਤੇ ਸਰਕਾਰ ਕਿਵੇਂ ਇਸ ਨੂੰ ਪੂਰਾ ਕਰ ਸਕਦੀ ਹੈ। ਡੰਡੀ EWS ਘਪਲਾ ਕੀ ਹੈ? ਪ੍ਰਸ਼ਨ ਚਿੰਨ੍ਹ। ਨਵੰਬਰ 2008 ਵਿੱਚ ਉਸ ਸਮੇਂ ਪੰਜਾਬ ਦੀ ਅਕਾਲੀ ਸਰਕਾਰ ਨੇ ਸਰਵੇ ਕਰਕੇ ਦੱਸਿਆ ਕਿ ਪੰਜਾਬ ਵਿੱਚ 10 ਲੱਖ ਲੋਕ ਬੇਘਰੇ ਹਨ। ਡੰਡੀ ਇਹਨਾਂ ਬੇਘਰਿਆਂ ਨੂੰ ਗਮਾਡਾ ਅਤੇ ਪੁੱਡਾ ਆਦਿ ਸਸਤੇ LIGHIG ਘਰ ਦਿੱਤੇ ਜਾਂਦੇ ਸਨ। ਡੰਡੀ ਪਰ ਪ੍ਰਾਈਵੇਟ ਬਿਲਡਰਾਂ ਦੇ ਆਉਣ ਨਾਲ ਇਹ ਘਰ ਬਣਾਉਣ ਦੀ ਜ਼ਿੰਮੇਵਾਰੀ ਪ੍ਰਾਈਵੇਟ ਬਿਲਡਰਾਂ ਅਧੀਨ ਹੋ ਗਈ ਸੀ। ਡੰਡੀ ਜਿਸ ਕਾਰਨ ਹਰੇਕ ਛੋਟੇ ਵੱਡੇ ਪ੍ਰਾਜੈਕਟ ਵਿੱਚ 5 ਤੋਂ 10% ਸਸਤੇ ਘਰ ਲਾਗਤ ਰੇਟ 'ਤੇ ਮੁਹੱਈਆ ਕਰਵਾਉਣੇ ਸਨ। ਡੰਡੀ ਇਸ ਸਕੀਮ 'ਤੇ ਚੱਲਦਿਆਂ ਮੁਹਾਲੀ ਦੀ ਕੰਪਨੀ TDI ਨੇ 5 ਤੋਂ 7 ਲੱਖ ਰੁਪਏ ਦੇ ਸਸਤੇ ਘਰ ਦੇਣ ਦੀ ਸਕੀਮ ਵੀ ਲਾਂਚ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ। ਡੰਡੀ ਪਰ ਬਿਲਡਰਾਂ ਅਤੇ ਸਰਕਾਰ ਨੇ ਮਿਲੀ ਭੁਗਤ ਕਰਦਿਆਂ ਕਰੋੜਾਂ ਰੁਪਏ ਹਜ਼ਮ ਕਰ ਲਏ, ਜਦ ਕਿ ਉਹ ਪੈਸੇ ਸਰਕਾਰ ਅਤੇ ਬਿਲਡਰ ਦੇ ਸਾਂਝੇ ਖਾਤੇ ਐਸਕਰੋ ਖਾਤੇ ਵਿੱਚ ਰਹਿਣੇ ਚਾਹੀਦੇ ਸਨ। ਡੰਡੀ ਜਦ ਕਿ ਐਸਕਰੋ ਖਾਤਾ ਖੋਲ੍ਹਿਆ ਹੀ ਨਹੀਂ ਗਿਆ ਅਤੇ ਗਰੀਬ ਲੋਕਾਂ ਦੇ ਪੈਸੇ ਹੜੱਪ ਲਏ ਗਏ ਅਤੇ ਮੁੜ ਕੇ ਰਿਜ਼ਰਵ ਕੋਟੇ 'ਤੇ ਸਸਤੇ ਘਰ ਸਕੀਮ ਦੀ ਉਲੰਘਣਾ ਕਰਕੇ ਮਾਰਕੀਟ ਵਿੱਚ ਮਹਿੰਗੇ ਰੇਟਾਂ ਵਿੱਚ ਵੇਚ ਦਿੱਤੇ ਗਏ। ਡੰਡੀ ਜਦੋਂ ਇਹ ਮਾਮਲਾ ਉਠਾਇਆ ਗਿਆ ਤਾਂ ਬਦਨਾਮੀ ਦੇ ਡਰੋਂ ਉਸ ਵੇਲੇ ਦੀ ਸਰਕਾਰ ਨੇ ਉਕਤ ਪਾਲਿਸੀ ਬਦਲ ਕੇ ਬਿਲਡਰਾਂ ਕੋਲੋਂ ਜ਼ਮੀਨ ਅਤੇ ਹੋਰ ਖਰਚੇ ਵਸੂਲ ਕੇ ਖੁਦ ਘਰ ਬਣਾਉਣ ਦਾ ਵਾਅਦਾ ਕੀਤਾ। ਡੰਡੀ ਮਾਣਯੋਗ ਹਾਈ ਕੋਰਟ ਅਤੇ ਪਾਰਲੀਮੈਂਟ ਦੇ ਦਬਾਅ ਅਤੇ ਬਦਨਾਮੀ ਦੇ ਡਰ ਤੋਂ ਸੈਂਕੜੇ ਏਕੜ ਜ਼ਮੀਨ ਗਰੀਬ ਲੋਕਾਂ ਦੇ ਘਰਾਂ ਲਈ ਸਰਕਾਰ ਕੋਲ ਉਪਲਬਧ ਹੋਈ ਅਤੇ ਸਰਕਾਰ ਇਸ ਜ਼ਮੀਨ ਨੂੰ ਖੁਰਦ-ਬੁਰਦ ਕਰਨ ਲਈ ਨਵੀਂ ਪਾਲਿਸੀ ਬਣਾਈ, ਜਿਸ ਕਾਰਨ ਸਮਾਜ ਸੇਵੀ ਸਤਨਾਮ ਦਾਊ ਵੱਲੋਂ ਮਾਣਯੋਗ ਹਾਈ ਕੋਰਟ ਵਿੱਚ ਉਠਾਇਆ ਗਿਆ। ਡੰਡੀ ਜਿੱਥੇ ਜਵਾਬ ਦੇਣ ਤੋਂ ਸਰਕਾਰ ਅੱਜ ਵੀ ਭੱਜ ਰਹੀ ਹੈ। ਡੰਡੀ ਇਸ ਤੋਂ ਬਾਅਦ ਛੋਟੇ ਬਿਲਡਰ ਜੋ ਨਗਰ ਕੌਂਸਲਾਂ ਦੇ ਏਰੀਏ ਵਿੱਚ ਕਾਲੋਨੀਆਂ ਕੱਟਦੇ ਹਨ, ਉਹਨਾਂ ਵੱਲੋਂ ਇਸ ਸਕੀਮ ਅਧੀਨ ਰਿਜ਼ਰਵ ਘਰ ਪਹਿਲਾਂ ਹੀ ਸਕੀਮ ਦੀ ਉਲੰਘਣਾ ਕਰਕੇ ਮਹਿੰਗੇ ਰੇਟਾਂ 'ਤੇ ਵੇਚੇ ਹੋਏ ਹਨ ਅਤੇ ਉਹਨਾਂ ਕੋਲ ਸਰਕਾਰ ਨੂੰ ਦੇਣ ਲਈ ਜ਼ਮੀਨ ਵੀ ਉਪਲਬਧ ਨਹੀਂ ਹੈ। ਡੰਡੀ ਇਹਨਾਂ ਕੇਸਾਂ ਵਿੱਚ ਜਿਨ੍ਹਾਂ ਬੈਂਕਾਂ ਵੱਲੋਂ ਇਹਨਾਂ ਮਕਾਨਾਂ 'ਤੇ ਲੋਨ ਪਾਸ ਕੀਤੇ ਗਏ ਹਨ, ਉਹ ਵੀ ਜਾਂਚ ਦੇ ਘੇਰੇ ਵਿੱਚ ਆਉਣੇ ਚਾਹੀਦੇ ਹਨ। ਡੰਡੀ ਇਸੇ ਕੜੀ ਅਧੀਨ
ਸਤਨਾਮ ਦਾਊ ਦੀ ਸ਼ਿਕਾਇਤ 'ਤੇ ਸਾਲ 2015 ਵਿੱਚ ਖਰੜ ਦੇ ਨਾਮੀ ਬਿਲਡਰ SBP ਹੋਮਜ਼ ਖਿਲਾਫ ਪੂਰੇ ਪੰਜਾਬ ਵਿੱਚ ਸਿਰਫ ਇੱਕ ਹੀ ਠੱਗੀ ਮਾਮਲਾ ਦਰਜ ਕੀਤਾ ਗਿਆ। ਡੰਡੀ ਜਿਸ ਨੂੰ ਵੀ ਰੱਦ ਕਰਨ ਲਈ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਡੰਡੀ ਜਦ ਕਿ ਮਾਮਲੇ ਤਾਂ ਹਜ਼ਾਰਾਂ ਹੀ ਹਨ। ਡੰਡੀ ਘਪਲਾ ਅੱਜ ਵੀ ਜਾਰੀ ਹੈ ਅਤੇ ਮਾਣਯੋਗ ਕੋਰਟ ਦੇਸ਼ ਦੀ ਪਾਰਲੀਮੈਂਟ ਅਤੇ ਆਮ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਗਰੀਬ ਲੋਕਾਂ ਨੂੰ ਘਰ ਨਹੀਂ ਮਿਲ ਰਹੇ ਅਤੇ ਕਾਨੂੰਨ ਦਾ ਹਵਾਲਾ ਦੇਣ ਦੇ ਬਾਵਜੂਦ ਵੀ ਇਹ ਪ੍ਰਾਈਵੇਟ ਬਿਲਡਰ ਕਿਸੇ ਨੂੰ ਵੀ ਸਸਤੇ ਘਰ ਮੁਹੱਈਆ ਨਹੀਂ ਕਰਵਾ ਰਹੇ। ਡੰਡੀ ਜਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਸਸਤੇ ਘਰ ਪ੍ਰਾਪਤ ਹੋਣ ਤੱਕ ਸੰਘਰਸ਼ ਬਿਨਾਂ ਕਿਸੇ ਰੋਕ ਟੋਕ ਤੋਂ ਲੜਿਆ ਜਾਵੇਗਾ। ਡੰਡੀ ਇਸ ਦਾ ਮਾਰੂ ਨਤੀਜਾ ਇਹ ਨਿਕਲਿਆ ਕਿ ਛੋਟੀ ਅਤੇ ਵੱਡੀ ਕਿਸਾਨੀ ਦਾ ਆਰਥਿਕ ਪਾੜਾ ਦਿਨੋਂ ਦਿਨ ਵੱਧਦਾ ਗਿਆ ਅਤੇ ਛੋਟੀ ਕਿਸਾਨੀ ਸਿਰ ਕਰਜ਼ੇ ਦੀ ਪੰਡ ਵੱਡੀ ਹੁੰਦੀ ਗਈ ਅਤੇ ਕਿਸਾਨੀ ਕਰਜ਼ੇ ਨੇ ਪੰਜਾਬ ਦੀ ਧਰਤੀ 'ਤੇ ਖੁਦਕੁਸ਼ੀਆਂ ਦੀ ਫਸਲ ਬੀਜ ਦਿੱਤੀ ਹੈ। ਡੰਡੀ ਸਰਕਾਰ ਇਸ ਗੱਲ ਦਾ ਹਵਾਲਾ ਵੀ ਦੇ ਰਹੀ ਹੈ ਕਿ ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੱਕ ਸੀਮਿਤ ਕਰ ਦਿੱਤਾ ਹੈ। ਡੰਡੀ ਪਰ ਸਰਕਾਰ ਦੇ ਵਿਚਾਰਾਂ ਅਨੁਸਾਰ ਆਉਣ ਵਾਲੇ ਕਾਲੇ ਕਾਨੂੰਨਾਂ ਵਿੱਚ ਇਸ ਗੱਲ ਦਾ ਹੱਲ ਹੈ ਕਿ ਕਿਸਾਨਾਂ ਨੂੰ ਬਹੁ ਫਸਲੀ ਖੇਤੀ ਲਈ ਉਤਸ਼ਾਹਿਤ ਕਰਨਗੇ। ਪ੍ਰਸ਼ਨ ਚਿੰਨ੍ਹ ਕਿਸਾਨਾਂ ਦਾ ਕਣਕ ਝੋਨੇ ਦੇ ਫਸਲੀ ਚੱਕਰ ਤੱਕ ਸੀਮਿਤ ਹੋਣ ਦਾ ਕਾਰਨ ਤਾਂ ਇਹ ਹੈ ਕਿ ਕਣਕ ਅਤੇ ਝੋਨੇ ਦਾ ਬਾਜ਼ਾਰ ਵਿੱਚ ਸਮਰਥਨ ਮੁੱਲ ਨਿਸ਼ਚਿਤ ਹੈ, ਸੋ ਕਿਸਾਨ ਨਿਸ਼ਚਿੰਤ ਹੋ ਕੇ ਇਹ ਦੋਵਾਂ ਫਸਲਾਂ ਦਾ ਉਤਪਾਦਨ ਕਰਦੇ ਹਨ। ਡੰਡੀ ਇੱਥੇ ਜੇ ਸਰਕਾਰ ਸੱਚਮੁੱਚ ਹੀ ਕਿਸਾਨ ਪੱਖੀ ਸੋਚ ਰੱਖਦੀ ਹੈ ਤਾਂ ਬਾਕੀ ਫਸਲਾਂ ਦਾਲਾਂ ਅਤੇ ਸਬਜ਼ੀਆਂ ਦਾ ਸਮਰਥਨ ਮੁੱਲ ਵੀ ਤੈਅ ਕਰੇ ਤਾਂ ਜੋ ਕਿਸਾਨ ਬਹੁ ਫਸਲੀ ਪ੍ਰਣਾਲੀ ਨੂੰ ਤਰਜੀਹ ਦੇ ਸਕਣ। ਡੰਡੀ ਜਿਸ ਤਰ੍ਹਾਂ ਇੱਕ ਕਾਨੂੰਨ ਦੇ ਅਨੁਸਾਰ ਮੰਡੀ ਦਾ ਖਾਤਮਾ ਕਰਨ ਤੋਂ ਬਾਅਦ ਕਾਰਪੋਰੇਟ ਵਰਗ ਕਿਸਾਨਾਂ ਨੂੰ 1-2 ਸਾਲ ਤੱਕ ਤਾਂ ਫਸਲਾਂ ਦਾ ਚੰਗਾ ਮੁੱਲ ਦੇਣਗੇ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਪਨਾ ਸਾਕਾਰ ਹੁੰਦਾ ਵੀ ਦਿਖਾਇਆ ਜਾਵੇਗਾ। ਡੰਡੀ ਪਰ ਭਵਿੱਖ ਇਸ ਗੱਲ ਦੀ ਹਾਮੀ ਭਰੇਗਾ ਕਿ ਇਹ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀਆਂ ਅੱਖਾਂ 'ਚ ਪਾਇਆ ਜਾਣ ਵਾਲਾ ਘਾਟਾ ਹੀ ਹੈ। ਡੰਡੀ ਅਸਲੀਅਤ ਇਹ ਹੋਵੇਗੀ ਕਿ ਛੋਟੇ ਤੇ ਸਮਾਂਤ ਕਿਸਾਨ ਦੀ ਕਿਸਾਨੀ ਖਤਮ ਹੀ ਹੋ ਜਾਵੇਗੀ ਅਤੇ ਕਾਰਪੋਰੇਟ ਵਰਗ ਵੱਡੇ ਕਿਸਾਨਾਂ ਤੋਂ ਹੀ ਫਸਲਾਂ ਚੁੱਕੇਗਾ। ਡੰਡੀ ਮੁਨਾਫੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਪੋਰੇਟ ਵਰਗ ਕੁਝ ਸੀਮਿਤ ਫਸਲਾਂ ਦੀ ਹੀ ਮੰਗ ਕਰੇਗਾ। ਡੰਡੀ ਆਖਰ ਕਿਸਾਨਾਂ ਨੂੰ ਸਿਰਫ ਅੰਨਦਾਤਾ ਤਾਂ ਕਿਉਂ ਹੀ ਸੀਮਿਤ ਕੀਤਾ ਜਾਂਦਾ ਹੈ। ਸਰਕਾਰ ਕਿਸਾਨ ਨੂੰ ਮੁੱਲ ਜੋਨਣ ਵਾਲੀ ਲੜੀ ਵਿੱਚ ਸ਼ਾਮਿਲ ਹੋਣ ਲਈ ਕਿਉਂ ਨਹੀਂ ਪ੍ਰੇਰਿਤ ਕਰਦੀ। ਡੰਡੀ ਇੱਥੇ ਇੱਕ ਆਮ ਉਦਾਹਰਣ ਹੈ ਕਿ ਕਿਸਾਨ ਦੁਆਰਾ ਉਗਾਈ ਆਲੂ ਦੀ ਫਸਲ ਕੌਡੀਆਂ ਦੇ ਭਾਅ ਰੁਲਦੀ ਹੈ ਅਤੇ ਦੂਜੇ ਪਾਸੇ ਇਸੇ ਆਲੂ ਨੂੰ ਕਾਰਪੋਰੇਟ ਵਰਗ ਦੀਆਂ ਕੰਪਨੀਆਂ ਕੀਮਤ ਵਧਾਊ ਲੜੀ ਵੈਲਿਊ ਐਡੀਸ਼ਨ ਚੇਨ ਦੀ ਕਾਰਵਾਈ
ਵਿੱਚੋਂ ਲੰਘਾ ਕੇ ਸੋਨੇ ਦੇ ਭਾਅ ਬਾਜ਼ਾਰ 'ਚ ਵੇਚਦੀਆਂ ਹਨ ਡੰਡੀ। ਸਰਕਾਰ ਇਸ ਗੱਲ 'ਤੇ ਗੌਰ ਕਿਉਂ ਨਹੀਂ ਕਰਦੀ ਕਿ ਕਿਸਾਨਾਂ ਨੂੰ ਕਿਸਾਨ ਮੇਲਿਆਂ ਤੱਕ ਹੀ ਸੀਮਤ ਨਾ ਰੱਖਦੇ ਹੋਏ ਇਹਨਾਂ ਨੂੰ ਆਪਣੀ ਫਸਲ ਤੋਂ ਵਸਤੂਆਂ ਨੂੰ ਤਿਆਰ ਕਰਕੇ ਬਾਜ਼ਾਰ 'ਚ ਵੇਚਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਡੰਡੀ। ਸਾਡਾ ਇਤਿਹਾਸ ਸਾਡੇ ਸੰਘਰਸ਼ਸ਼ੀਲ ਹੋਣ ਦੀ ਹਾਮੀ ਭਰਦਾ ਹੈ ਡੰਡੀ। ਸੰਘਰਸ਼ ਚਾਹੇ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਹੋਵੇ ਜਾਂ ਕਿਸੇ ਵੀ ਸਮਾਜਿਕ ਬੁਰਾਈ ਤੋਂ ਨਿਜਾਤ ਪਾਉਣ ਲਈ ਹੋਵੇ, ਅਸੀਂ ਇਹਨਾਂ ਸੰਘਰਸ਼ਾਂ ਦੇ ਸਿਰ 'ਤੇ ਹੀ ਇੱਥੇ ਤੱਕ ਆਏ ਹਾਂ ਡੰਡੀ। ਪਿਛਲੇ ਕਈ ਸਾਲਾਂ ਤੋਂ ਸਾਡੀ ਇਹ ਲੜਾਈ ਸਾਡੀਆਂ ਜ਼ਮੀਨਾਂ ਅਤੇ ਆਪਣੇ ਬਣਦੇ ਹੱਕਾਂ ਨੂੰ ਹੀ ਸੁਰੱਖਿਅਤ ਰੱਖਣ ਤੱਕ ਹੀ ਸੀਮਤ ਹੋ ਗਈ ਹੈ ਡੰਡੀ। ਅਸੀਂ ਇਸ ਤਰ੍ਹਾਂ ਦੇ ਨਵੇਂ ਭਾਰਤ ਦੇ ਨਿਰਮਾਣ ਵੱਲ ਵੱਧ ਰਹੇ ਹਾਂ ਜਿਸ ਵਿੱਚ 130 ਕਰੋੜ ਦੀ ਆਬਾਦੀ ਦੇ ਸਾਲਾਨਾ ਬਜਟ ਨਾਲੋਂ ਕਿਤੇ ਜ਼ਿਆਦਾ ਸਰਮਾਇਆ ਇਸ ਦੇ 73 ਕਾਰੋਬਾਰੀ ਘਰਾਣਿਆਂ ਕੋਲ ਹੈ ਡੰਡੀ। ਹੁਣ ਮੌਜੂਦਾ ਹਕੂਮਤਾਂ ਨੇ ਸਾਡੀ ਨਾਗਰਿਕਤਾ ਨੂੰ ਹੋਰ ਵੀ ਸੀਮਤ ਕਰ ਦਿੱਤਾ ਹੈ। ਸਾਨੂੰ ਸਿਰਫ ਆਪਣੇ ਹੱਕਾਂ ਨੂੰ ਮਹਿਫੂਜ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਡੰਡੀ। ਨਵੇਂ ਖੇਤੀ ਕਾਨੂੰਨ ਵੀ ਇਸੇ ਸਾਜ਼ਿਸ਼ ਦਾ ਨਤੀਜਾ ਹਨ ਡੰਡੀ। ਸਮੇਂ ਦੀ ਮੰਗ ਹੈ ਕਿ ਸਾਨੂੰ ਸਭ ਨੂੰ ਰਲ ਕੇ ਇਸ ਸੰਘਰਸ਼ ਨੂੰ ਲੜਨਾ ਪਵੇਗਾ ਡੰਡੀ। ਸਾਨੂੰ ਸਾਰਿਆਂ ਨੂੰ ਆਪਣੀਆਂ ਜ਼ਮੀਰਾਂ ਨੂੰ ਜਾਗਦੇ ਰੱਖਣ ਦੀ ਲੋੜ ਹੈ ਡੰਡੀ। ਜੋ ਦਿੱਲੀ ਦੀਆਂ ਸੜਕਾਂ 'ਤੇ ਜਾ ਕੇ ਇਸ ਸ਼ਾਂਤਮਈ ਢੰਗ ਨਾਲ ਇਹ ਲੜਾਈ ਲੜ ਰਹੇ ਹਨ, ਸਾਨੂੰ ਉਹਨਾਂ 'ਤੇ ਮਾਣ ਹੈ ਡੰਡੀ। ਇਸ ਦੇ ਨਾਲ ਹੀ ਜੋ ਲੋਕ ਇੱਥੇ ਕੰਮ ਕਰ ਰਹੇ ਹਨ ਉਹ ਵੀ ਇਸ ਸੰਘਰਸ਼ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ ਡੰਡੀ। ਸਾਨੂੰ ਚਾਹੀਦਾ ਹੈ ਕਿ ਜਿਸ ਅਦਾਰੇ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ ਉੱਥੇ ਰਹਿੰਦੇ ਹੋਏ ਹੀ ਆਪਣਾ ਰੋਸ ਜ਼ਾਹਰ ਕਰਨਾ ਚਾਹੀਦਾ ਹੈ। ਇਹ ਰੋਸ ਕਾਲੀਆਂ ਪੱਟੀਆਂ ਬੰਨ੍ਹ ਕੇ ਵੀ ਹੋ ਸਕਦਾ ਹੈ ਜਾਂ ਕਿਸਾਨੀ ਸਮਰਥਨ ਲਈ ਤੁਸੀਂ ਹੋਰ ਵੀ ਤਰੀਕੇ ਅਪਣਾ ਸਕਦੇ ਹੋ ਤਾਂ ਜੋ ਸਰਕਾਰਾਂ ਨੂੰ ਕਿਸਾਨੀ ਪੱਖੀ ਫੈਸਲੇ ਲੈਣ ਲਈ ਮਜਬੂਰ ਹੋਣਾ ਪਵੇ ਡੰਡੀ। ਹੋਰ ਭਤੀਜ ਕੀ ਕਹਿੰਦਾ ਤੇਰਾ ਅਖਬਾਰ, ਸਾਨੂੰ ਵੀ ਸੁਣਾ ਦਿਆ ਕਰ ਕੋਈ ਖਬਰ ਖੁਬਰ ਡੰਡੀ। ਮੇਰੇ ਹੱਥ ਵਿੱਚ ਅਖਬਾਰ ਵੇਖ ਸੱਥ ਵਿੱਚ ਬੈਠੇ ਤਾਏ ਮਖੌਲੀਏ ਨੇ ਸਵਾਲ ਕੀਤਾ ਡੰਡੀ। ਤਾਇਆ, ਹੁਣ ਤਾਂ ਚਾਰੇ ਪਾਸੇ ਕਿਸਾਨ ਅੰਦੋਲਨ ਦੀ ਹੀ ਧਮਕ ਪੈ ਰਹੀ ਹੈ ਡੰਡੀ। ਬਹੁਤ ਤਕੜਾ ਸਮਰਥਨ ਮਿਲ ਰਿਹਾ ਹੈ ਕਿਸਾਨਾਂ ਨੂੰ ਹਰ ਤਬਕੇ ਵੱਲੋਂ ਡੰਡੀ। ਮੈਂ ਤਾਏ ਦੀ ਗੱਲ ਦਾ ਜਵਾਬ ਦਿੱਤਾ ਡੰਡੀ। ਭਤੀਜ, ਸਮਰਥਨ ਤਾਂ ਬਹੁਤ ਮਿਲ ਰਿਹਾ ਹੈ, ਤੇਰੀ ਗੱਲ 16 ਆਨੇ ਸਹੀ ਨੇ ਡੰਡੀ। ਪਰ ਭਤੀਜ, ਤੈਨੂੰ ਕਿਵੇਂ ਲੱਗਦਾ ਵੀ ਆ ਰਾਜਨੀਤਿਕ ਪਾਰਟੀਆਂ ਵਾਲੇ ਵੀ ਸੱਚੇ ਮਨੋਂ ਸਮਰਥਨ ਦੇ ਰਹੇ ਨੇ? ਪ੍ਰਸ਼ਨ ਚਿੰਨ੍ਹ। ਤਾਏ ਨੇ ਹਿਸਾਬ ਦੇ ਔਖੇ ਸਵਾਲ ਵਰਗਾ ਪ੍ਰਸ਼ਨ ਕੀਤਾ। ਪ੍ਰਸ਼ਨ ਚਿੰਨ੍ਹ। ਤਾਇਆ, ਹੁਣ ਤਾਂ ਮੈਨੂੰ ਲੱਗਦਾ ਸਾਰੇ ਸੱਚੇ ਮਨੋਂ ਹੀ ਨੇ ਰਹੇ ਨੇ ਸਮਰਥਨ ਡੰਡੀ। ਆਹੀ ਗੱਲ ਆ ਛੋਟੇ ਭਾਈ, ਸਮਰਥਨ ਤਾਂ ਇਹ ਪਾਰਟੀਆਂ ਵਾਲੇ ਹੁਣ ਦੇਣ ਲੱਗੇ ਨੇ ਡੰਡੀ। ਪਹਿਲਾਂ ਤਾਂ ਕਹਿੰਦੇ ਸਾਰਿਆਂ ਨੇ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸਿਰ ਹਿਲਾਏ ਹੋਏ ਨੇ ਡੰਡੀ। ਤਾਏ ਕੋਲ ਬੈਠਾ ਮੀਤਾ ਅਮਲੀ ਬੁੜਕ ਕੇ ਬੋਲਿਆ, ਨਹੀਂ ਅਮਲੀਆ, ਹੁਣ ਤਾਂ ਦੋਵੇਂ ਸਦਨਾਂ ਵਿੱਚ
ਭਾਫਾਂ ਬੰਦ ਕੀਤੀਆਂ ਪਈਆਂ ਨੇ। ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਡੰਡੀ। ਨਿੱਤ ਜ਼ਬਰਦਸਤ ਹੰਗਾਮਾ ਹੁੰਦਾ। ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਦੀ ਮੰਗ ਪੂਰੀ ਕਰੋ ਡੰਡੀ। ਬਜਟ ਸੈਸ਼ਨ ਦੌਰਾਨ ਇੱਕ ਦਿਨ ਵੀ ਕਾਰਵਾਈ ਨਹੀਂ ਚੱਲ ਸਕੀ। ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਡੰਡੀ। ਮੈਂ ਵਿਸਥਾਰ ਵਿੱਚ ਗੱਲ ਆਖੀ ਡੰਡੀ। ਭਤੀਜ ਤੁਸੀਂ ਪੜ੍ਹੇ ਲਿਖੇ ਜੇ ਵੀ ਨਾ ਗੋਲ ਮੋਲ ਗੱਲਾਂ ਕਰਨੋਂ ਨਹੀਂ ਹਟਦੇ ਡੰਡੀ। ਭਲਾ ਜਾਂ ਇਹਨਾਂ ਵਿਰੋਧੀਆਂ ਦੇ ਹੰਗਾਮੇ ਵਿੱਚ ਇੰਨੀ ਹੀ ਤਾਕਤ ਸੀ, ਫਿਰ ਇਹ ਹੰਗਾਮਾ ਉਦੋਂ ਕਿਉਂ ਨਹੀਂ ਕੀਤਾ ਜਦੋਂ ਸਰਕਾਰ ਖੇਤੀ ਕਾਨੂੰਨ ਪਾਸ ਕਰਦੀ ਸੀ? ਪ੍ਰਸ਼ਨ ਚਿੰਨ੍ਹ ਤਾਏ ਦੇ ਸਵਾਲ ਦਾ ਨਿਰ ਉੱਤਰ ਕੀਤਾ ਮੈਂ। ਪਤਾ ਨਹੀਂ ਕਦੋਂ ਘਰ ਪਹੁੰਚ ਗਿਆ ਡੰਡੀ। ਪੰਜਾਬੀਆਂ ਦੀ ਇੱਕ ਗੱਲ ਬਹੁਤ ਨਿਵੇਕਲੀ ਹੈ ਕਿ ਇਹ ਜਿੱਥੇ ਮਰਜ਼ੀ ਚਲੇ ਜਾਣ ਆਪਣੇ ਸੁਭਾਅ ਨਹੀਂ ਛੱਡਦੇ ਡੰਡੀ। ਆਪਣੇ ਸਮਾਜ ਦੀਆਂ ਚੰਗੀਆਂ ਮਾੜੀਆਂ ਆਦਤਾਂ ਨਾਲ ਹੀ ਲੈ ਜਾਂਦੇ ਹਨ ਡੰਡੀ। ਕੈਨੇਡਾ ਵਿੱਚ ਕਈ ਸ਼ਹਿਰਾਂ ਵਿੱਚ ਮਝੈਲਾਂ, ਦੁਆਬੀਆਂ, ਮਲਵਈਆਂ ਅਤੇ ਵੱਖ-ਵੱਖ ਜਾਤ ਬਰਾਦਰੀਆਂ ਦੇ ਅਲੱਗ-ਅਲੱਗ ਧਾਰਮਿਕ ਸਥਾਨ ਬਣੇ ਹੋਏ ਹਨ ਡੰਡੀ। ਸਰੀ ਕੈਨੇਡਾ ਦੇ ਇੱਕ ਧਾਰਮਿਕ ਸਥਾਨ ਦੀ ਚੌਧਰ ਲਈ ਹੋਈਆਂ ਲੜਾਈਆਂ ਕਈ ਸਾਲਾਂ ਤੱਕ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ ਡੰਡੀ। ਉਸ ਧਾਰਮਿਕ ਸਥਾਨ ਅੰਦਰ ਜਦੋਂ ਖੂੰਡਾ ਖੜਕਦਾ ਸੀ ਤਾਂ ਪੁਲਿਸ ਬੂਟਾਂ ਸਣੇ ਅੰਦਰ ਪਹੁੰਚ ਜਾਂਦੀ ਸੀ ਡੰਡੀ। ਧਾਰਮਿਕ ਸਥਾਨ ਦੇ ਅੰਦਰ ਇੱਕ ਦੂਸਰੇ ਦੀਆਂ ਪਗੜੀਆਂ ਉਛਾਲਣ ਵਾਲਿਆਂ ਨੇ ਪੁਲਿਸ ਦੀ ਦਖਲ ਅੰਦਾਜ਼ੀ ਤੋਂ ਬਚਣ ਲਈ ਬਹੁਤ ਰੌਲਾ ਪਾਇਆ ਗਿਆ ਕਿ ਪੁਲਿਸ ਬੂਟ ਅਤੇ ਬੈਲਟਾਂ ਉਤਾਰ ਕੇ ਅੰਦਰ ਆਵੇ ਡੰਡੀ। ਪਰ ਪੁਲਿਸ ਨੇ ਕਿਹਾ ਕਿ ਇਹ ਚੀਜ਼ਾਂ ਸਾਡੀ ਵਰਦੀ ਦਾ ਹਿੱਸਾ ਹਨ ਡੰਡੀ। ਤੁਸੀਂ ਲੜਨੋਂ ਹਟ ਜਾਓ, ਅਸੀਂ ਆਉਣੋਂ ਹਟ ਜਾਵਾਂਗੇ ਡੰਡੀ। ਲੜਨ ਵਾਲੀਆਂ ਦੋਵਾਂ ਧਿਰਾਂ ਦਾ ਦਿਮਾਗ ਟਿਕਾਣੇ ਉਦੋਂ ਆਇਆ ਜਦੋਂ ਪੁਲਿਸ ਨੇ ਲੱਖਾਂ ਡਾਲਰ ਦਾ ਬਿੱਲ ਭੇਜ ਦਿੱਤਾ ਡੰਡੀ। ਜਿਸ ਗੋਲਕ ਲਈ ਲੜਾਈ ਹੋ ਰਹੀ ਸੀ ਉਹ ਸਾਰੀ ਪੁਲਿਸ ਹੂੰਝ ਕੇ ਲੈ ਗਈ ਡੰਡੀ। ਕੈਨੇਡਾ ਵਿੱਚ ਪੰਜਾਬੀਆਂ ਦੇ ਧਾਰਮਿਕ ਸਥਾਨਾਂ ਅਤੇ ਮੈਰਿਜ ਹਾਲਾਂ ਦੀ ਕਾਰ ਪਾਰਕਿੰਗ ਵੇਖਣ ਵਾਲੀ ਹੁੰਦੀ ਹੈ ਡੰਡੀ। ਜਿੱਥੇ ਮਰਜ਼ੀ ਕਾਰ ਫਸਾ ਕੇ ਤੁਰ ਜਾਂਦੇ ਹਨ ਡੰਡੀ। ਉੱਥੇ ਜਾ ਕੇ ਵੀ ਇੱਕ ਦੂਸਰੇ ਦੇ ਕੰਮ ਵਿੱਚ ਟੰਗ ਅੜਾਉਣੋਂ ਨਹੀਂ ਹਟਦੇ ਡੰਡੀ। ਕੈਲਗਰੀ ਵਿੱਚ ਇੱਕ ਪੰਜਾਬੀ ਬਜ਼ੁਰਗ ਔਰਤ ਨੇ ਗਲਤ ਜਗ੍ਹਾ ਤੋਂ ਸੜਕ ਪਾਰ ਕਰ ਲਈ ਤਾਂ ਪੁਲਿਸ ਵਾਲੇ ਨੇ ਉਸਨੂੰ $180 ਦਾ ਜੁਰਮਾਨਾ ਕਰ ਦਿੱਤਾ ਡੰਡੀ। ਇਹ ਦ੍ਰਿਸ਼ ਵੇਖ ਰਹੇ ਪੜ੍ਹੇ ਲਿਖੇ ਇੱਕ ਪੰਜਾਬੀ ਬੰਦੇ ਨੇ ਸੋਚਿਆ ਕਿ ਬਜ਼ੁਰਗ ਔਰਤ ਨੂੰ ਸ਼ਾਇਦ ਇੰਗਲਿਸ਼ ਨਹੀਂ ਆਉਂਦੀ ਡੰਡੀ। ਉਸ ਦੀ ਮਦਦ ਕਰਨ ਲਈ ਉਹ ਵੀ ਬਿਨਾਂ ਸੋਚੇ ਸਮਝੇ ਗਲਤ ਜਗ੍ਹਾ ਤੋਂ ਸੜਕ ਪਾਰ ਕਰ ਗਿਆ ਡੰਡੀ। ਉਸ ਨੂੰ ਵੀ $180 ਜੁਰਮਾਨਾ ਠੋਕ ਦਿੱਤਾ ਗਿਆ। ਭਾਵੇਂ ਉਸਨੇ ਬਥੇਰੀ ਹਾਲ ਦੁਹਾਈ ਪਾਈ ਕਿ ਉਹ ਤਾਂ ਬਜ਼ੁਰਗ ਔਰਤ ਦੀ ਮਦਦ ਕਰਨ ਲਈ ਆਇਆ ਸੀ ਡੰਡੀ। ਟੋਰਾਂਟੋ ਦੇ ਇੱਕ ਪੱਬ ਵਿੱਚ ਇਸੇ ਤਰ੍ਹਾਂ ਦੇ ਸੁਭਾਅ ਵਾਲੇ ਪਾਇਲ ਏਰੀਏ ਦੇ ਦੋ ਭਾਈਬੰਦ ਵੀਰਾਂ ਅਤੇ ਧੀਰਾ ਕਾਲਪਿਕ ਨਾਮ ਦਾਰੂ ਪੀ ਰਹੇ ਸਨ ਡੰਡੀ। ਦੋਵੇਂ ਇੱਕੋ ਪਿੰਡ ਦੇ ਸਨ ਤੇ ਸ਼ਰੀਕੇ ਵਿੱਚ ਭਰਾ ਲੱਗਦੇ ਸਨ ਡੰਡੀ। ਉਹਨਾਂ ਦਰਮਿਆਨ ਜੱਦੀ ਪਿੰਡ ਵਿੱਚ 2 ਮਰਲੇ ਰੂੜੀ ਦੇ ਟੋਏ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਡੰਡੀ। 5-6
ਪੈਗ ਵਿਸਕੀ ਦੇ ਲਾਉਣ ਤੋਂ ਬਾਅਦ ਜਦੋਂ ਸਰੂਰ ਵੱਜ ਗਿਆ ਤਾਂ ਬਹਿਸ ਸ਼ੁਰੂ ਹੋ ਗਈ ਡੰਡੀ। ਗਰਮਾ ਗਰਮੀ ਤੋਂ ਬਾਅਦ ਵੀਰੇ ਕੋਲੋਂ ਰਿਹਾ ਨਾ ਗਿਆ ਡੰਡੀ। ਉਸਨੇ ਸੱਜਾ ਪੁੱਠਾ ਹੱਥ ਮੂੰਹ ਅੱਗੇ ਰੱਖ ਕੇ ਖਾਸ ਪੇਂਡੂ ਅੰਦਾਜ਼ ਵਿੱਚ ਬੱਕਰਾ ਬੁਲਾਇਆ ਤੇ ਲਲਕਾਰਾ ਮਾਰਿਆ, ਬੁਰਾ ਆਦ ਵੇਖਦੇ ਆਂ ਕਿਹੜੀ ਮਾਈ ਦਾ ਲਾਲ ਟੋਏ ਦਾ ਕਬਜ਼ਾ ਲੈਣ ਆਉਂਦਾ। ਟੋਟੇ ਕਰ ਦਿਆਂਗੇ ਸਾਲੇ ਦੇ ਨਸ਼ੇ ਦੀ ਲੋਰ ਵਿੱਚ ਦੋਵੇਂ ਭੁੱਲ ਗਏ ਕਿ ਰੂੜੀ ਵਾਲੇ ਟੋਏ ਤੱਕ ਪਹੁੰਚਣ ਲਈ ਜਹਾਜ਼ ਰਾਹੀਂ 24 ਘੰਟੇ ਲੱਗਦੇ ਹਨ ਤੇ ਟੋਏ ਦੀ ਕੀਮਤ ਜਹਾਜ਼ ਦੀ ਟਿਕਟ ਨਾਲੋਂ ਕਿਤੇ ਘੱਟ ਹੈ ਡੰਡੀ। ਇਸ ਲਲਕਾਰੇ ਕਾਰਨ ਦੋਵਾਂ ਵਿੱਚ ਹੱਥੋਂ ਪਾਈ ਸ਼ੁਰੂ ਹੋ ਗਈ ਡੰਡੀ। ਧੀਰਾ ਸਰੀਰੋਂ ਤਕੜਾ ਸੀ, ਉਸ ਨੇ ਵੀਰੇ ਨੂੰ ਤੌਣੀ ਲਗਾ ਦਿੱਤੀ ਤੇ ਵੀਰੇ ਦਾ ਮੂੰਹ ਗੁੱਗੇ ਦੀ ਥੜੀ ਵਰਗਾ ਬਣਾ ਦਿੱਤਾ ਡੰਡੀ। ਪੱਬ ਦੇ ਮੈਨੇਜਰ ਨੇ ਫੌਰਨ ਪੁਲਿਸ ਬੁਲਾ ਲਈ ਡੰਡੀ। ਪੁਲਿਸ ਨੂੰ ਵੇਖ ਕੇ ਦੋਵਾਂ ਦਾ ਨਸ਼ਾ ਤੇ ਘੈਂਟਪੁਣਾ ਇੱਕਦਮ ਗਾਇਬ ਹੋ ਗਿਆ ਡੰਡੀ। ਪੁਲਿਸ ਨੇ ਧੀਰੇ ਦੇ ਖਿਲਾਫ ਕੇਸ ਤਿਆਰ ਕਰਕੇ ਅਦਾਲਤ ਵਿੱਚ ਦੇ ਦਿੱਤਾ ਡੰਡੀ। ਕੈਨੇਡਾ ਅਮਰੀਕਾ ਦੇ ਕਾਨੂੰਨ ਵਿੱਚ ਇਹ ਸਹੂਲਤ ਹੈ ਕਿ ਜੇ ਛੋਟੇ ਮੋਟੇ ਜੁਰਮਾਨੇ ਵਿੱਚ ਮੁਲਜ਼ਮ ਆਪਣੀ ਗਲਤੀ ਮੰਨ ਲਵੇ ਤਾਂ ਵਕੀਲ ਇਹ ਸਾਬਤ ਕਰ ਦੇਵੇ ਕਿ ਕੁੱਟਮਾਰ ਕਰਨ ਲਈ ਦੂਜੀ ਪਾਰਟੀ ਵੱਲੋਂ ਉਕਸਾਇਆ ਗਿਆ ਸੀ ਤਾਂ ਸਜ਼ਾ ਘੱਟ ਮਿਲਦੀ ਹੈ ਡੰਡੀ। ਪਰ ਜੇ ਮੁਲਜ਼ਮ ਜੁਰਮ ਇਕਬਾਲ ਨਾ ਕਰੇ ਪਰ ਅਦਾਲਤ ਵਿੱਚ ਜੁਰਮ ਸਾਬਤ ਹੋ ਜਾਵੇ ਤਾਂ ਸਜ਼ਾ ਵੱਧ ਮਿਲਦੀ ਹੈ ਡੰਡੀ। ਇਸ ਲਈ ਧੀਰੇ ਨੇ ਵੀ ਵਕੀਲ ਨਾਲ ਸਲਾਹ ਕਰਕੇ ਆਪਣਾ ਜੁਰਮ ਮੰਨ ਲਿਆ ਡੰਡੀ। ਵਕੀਲ ਨੇ ਤਸੱਲੀ ਦਿੱਤੀ ਕਿ ਆਪਾਂ ਸਾਬਤ ਕਰ ਦਿਆਂਗੇ ਕਿ ਦੂਜੀ ਪਾਰਟੀ ਨੇ ਸਾਨੂੰ ਭੜਕਾਇਆ ਹੈ ਡੰਡੀ। ਜਦੋਂ ਅਦਾਲਤ ਵਿੱਚ ਕੇਸ ਸ਼ੁਰੂ ਹੋਇਆ ਤਾਂ ਪੰਗਾ ਇਹ ਪੈ ਗਿਆ ਕਿ ਜੱਜ ਅੰਗਰੇਜ਼ ਸੀ ਤੇ ਮੁਦਈ ਮੁਲਜ਼ਮ ਅਤੇ ਵਕੀਲ ਪੰਜਾਬੀ ਸਨ ਡੰਡੀ। ਜੱਜ ਨੂੰ ਹੁਣ ਪੰਜਾਬੀ ਵਿੱਚ ਤਾਂ ਇਹ ਸਮਝ ਆ ਨਹੀਂ ਸੀ ਸਕਦੀ ਕਿ ਬੱਕਰੇ ਬੁਲਾਉਣਾ ਕੀ ਹੁੰਦਾ ਹੈ। ਇਸ ਲਈ ਮੁਲਜ਼ਮ ਦੇ ਵਕੀਲ ਨੇ ਇੰਗਲਿਸ਼ ਵਿੱਚ ਉਸ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਮਾਈ ਲਾਰਡ, ਇਹ ਠੀਕ ਹੈ ਕਿ ਮੇਰੇ ਮੁਵੱਕਲ ਨੇ ਮੁਦਈ ਨੂੰ ਕੁੱਟਿਆ ਹੈ ਪਰ ਉਸ ਨੂੰ ਇਸ ਲਈ ਮੁਦਈ ਨੇ ਹੀ ਮਜਬੂਰ ਕੀਤਾ ਸੀ ਡੰਡੀ। ਜੱਜ ਨੇ ਉਕਸੁਕਤਾ ਨਾਲ ਸੁੱਕੜ ਜਿਹੇ ਵੀਰੇ ਵੱਲ ਵੇਖਦੇ ਹੋਏ ਪੁੱਛਿਆ, ਉਹ ਕਿਵੇਂ ਸਰ? ਮੁਦਈ ਨੇ ਬੱਕਰੇ ਦੀ ਆਵਾਜ਼ ਕੱਢ ਕੇ ਮੁਲਜ਼ਮ ਨੂੰ ਭੜਕਾਇਆ ਹੈ ਡੰਡੀ। ਵਕੀਲ ਜੱਜ ਨੂੰ ਸਮਝਾਉਣ ਦੀ ਖੋਖਲੀ ਜਿਹੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ਡੰਡੀ। ਜੱਜ ਬੜਾ ਹੈਰਾਨ ਜਿਹਾ ਹੋ ਕੇ ਬੋਲਿਆ, ਬੱਕਰੇ ਦੀ ਆਵਾਜ਼ ਨਾਲ ਕੋਈ ਕਿਵੇਂ ਭੜਕ ਸਕਦਾ ਹੈ? ਮੈਂ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੀ ਫਜ਼ੂਲ ਗੱਲ ਸੁਣੀ ਹੈ ਡੰਡੀ। ਤੁਸੀਂ ਮੇਰੇ ਸਾਹਮਣੇ ਭਾਵੇਂ ਸ਼ੇਰ ਦੀ ਆਵਾਜ਼ ਕੱਢੋ, ਭਾਵੇਂ ਬੱਕਰੇ, ਘੋੜੇ, ਖੋਤੇ, ਹਾਥੀ, ਸੱਪ ਜਾਂ ਕੁੱਤੇ ਦੀ ਆਵਾਜ਼ ਕੱਢੋ, ਕੀ ਫਰਕ ਪੈਂਦਾ ਹੈ? ਮੈਂ ਤਾਂ ਨਹੀਂ ਭਟਕਦਾ ਡੰਡੀ। ਇਸ ਨੂੰ ਕਿਉਂ ਤਕਲੀਫ ਹੋਈ? ਇਹ ਇੰਨਾ ਕਿਉਂ ਭਟਕਿਆ ਡੰਡੀ? ਗੱਲ ਵਿਗੜਦੀ ਵੇਖ ਕੇ ਵਕੀਲ ਜਲਦੀ ਨਾਲ ਬੋਲਿਆ, ਹੋਰ ਕੋਈ ਜਾਨਵਰ ਨਹੀਂ ਸਰ, ਸਿਰਫ ਬੱਕਰਾ ਡੰਡੀ। ਬੱਕਰੇ ਦੀ ਆਵਾਜ਼ ਨੂੰ ਕਿਸੇ ਦੇ ਸਾਹਮਣੇ ਜਾਣ ਬੁੱਝ ਕੇ ਕੱਢਣਾ ਪੰਜਾਬੀ ਸਮਾਜ ਵਿੱਚ ਬਹੁਤ ਭੜਕਾਊ ਸਮਝਿਆ ਜਾਂਦਾ ਹੈ ਡੰਡੀ। ਜੱਜ ਖਿਝ ਗਿਆ, ਇਹ ਕੈਸਾ ਸਮਾਜ ਹੈ ਜੋ ਬੱਕਰੇ ਵਰਗੇ ਸ਼ਰੀਫ ਜਾਨਵਰ ਦੀ ਆਵਾਜ਼ ਸੁਣ ਕੇ ਭਟਕ ਉੱਠਦਾ ਹੈ? ਮੈਂ ਇਸ ਗੱਲ ਨੂੰ ਨਹੀਂ ਮੰਨਦਾ ਡੰਡੀ। ਤੁਸੀਂ ਜ਼ਰੂਰ
ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਡੰਡੀ। ਜੱਜ ਨੇ ਧੀਰੇ ਨੂੰ ਸਜ਼ਾ ਸੁਣਾ ਦਿੱਤੀ। ਡੰਡੀ। ਹੁਣ ਧੀਰਾ ਬੱਕਰੇ